ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਲੱਗੇ ਹਾਂ ਉਹਨਾਂ ਮੁਸਾਫਿਰਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਾਉਣ ਲੱਗੇ ਹਾਂ ਜੋ ਕਿ 1987 ਦੇ ਵਿੱਚ ਜੁਲਾਈ 1987 ਦੇ ਵਿੱਚ 19 ਦਿਨ ਤੇ 19 ਰਾਤਾਂ ਦਾ ਸਫ਼ਰ ਜਹਾਜ਼ ਦੇ ਵਿੱਚ ਕੱਟ ਕੇ ਹਵਾਈ ਜਹਾਜ਼ ਨਹੀਂ ਪਾਣੀ ਵਾਲੇ ਜਹਾਜ਼ ਦੇ ਵਿੱਚ ਕਾਰਗੋ ਸ਼ਿਪ ਦੇ ਵਿੱਚ ਕੱਟ ਕੇ ਕੈਨੇਡਾ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ। ਪੋਰਟ ਤੋਂ ਤੁਰੇ ਹੋ ਤੇ ਤੁਹਾਨੂੰ ਪਤਾ ਸੀਗਾ ਵੀ ਅਸੀਂ ਕੈਨੇਡਾ ਜਾ ਰਹੇ ਹਾਂ ਜਾਂ ਇਹ ਨਹੀਂ ਪਤਾ ਸੀ ਕਿ ਬਸ ਇੱਕ ਵਾਰੀ ਕਿਨਾਰੇ ਤੇ ਲਾ ਦੇਵੇ ਸ਼ਿਪ? ਉਸ ਟਾਈਮ ਦੇ ਉੱਤੇ ਉਮਰ ਹੀ ਇਦਾਂ ਦੀ ਸੀਗੀ, ਕੋਈ ਸੋਚਣ ਦੀ ਜ਼ਰੂਰਤ ਹੀ ਨਹੀਂ ਸਮਝੇ, ਬਸ ਕੈਨੇਡਾ ਹੀ ਚੱਲੀ। ਇੱਕ ਕੰਬਲ ਦੇ ਵਿੱਚ 5-5 6 ਜਾਣੇ ਪੈਂਦੇ ਸੀ। ਥੱਕ ਗਏ ਸੀਗੇ, ਕੰਨ ਪੱਕ ਗਏ ਸੀ ਸਾਡੇ ਵੀ ਕਦੋਂ ਧਰਤੀ ਮਿਲੂਗੀ, ਕਦੋਂ ਧਰਤੀ ਮਿਲੂਗੀ। ਬਹੁਤ ਮਾੜਾ ਟਾਈਮ ਸੀਗਾ, ਸਾਨੂੰ ਪਤਾ ਨਹੀਂ ਸੀ ਵੀ ਅਸੀਂ ਬਚਾਂਗੇ ਜਾਂ ਵੀ ਪਹੁੰਚ ਜਾਵਾਂਗੇ। ਕਦੋਂ ਜਾ ਕੇ ਲੱਗੂਗਾ ਵੀ ਬਸ ਹੁਣ ਤਾਂ ਕਿਨਾਰਾ ਮਿਲ ਜੇ, ਕੋਈ ਨਾ ਕੋਈ ਜਿੱਥੇ ਮਰਜ਼ੀ ਲਾ ਦੋ, ਹੁਣ ਕੈਨੇਡਾ ਕੋਈ ਜ਼ਰੂਰੀ ਨਹੀਂ। ਕਿਉਂਕਿ ਤਾਂ ਉੱਥੇ ਤਾਂ ਜਦੋਂ ਥੱਲੇ ਵੜਦੇ ਸੀ ਨਾ ਸ਼ਿਪ ਦੇ, ਉੱਥੇ ਤਾਂ ਜਾਣੀ ਮੌਤ ਹੀ ਪੈ ਜਾਂਦੀ ਸੀ ਵੀ ਹੁਣ ਥੱਲੇ ਨਹੀਂ ਜਾਣਾ ਜੀ। ਕਿੰਨੇ ਚਿਰ ਬਾਅਦ ਪਰਿਵਾਰ ਨੂੰ ਮਿਲੇ? ਪਹਿਲੀ ਚਿੱਠੀ 'ਚ ਕੀ ਲਿਖਿਆ? ਸਾਡਾ ਘਰਦਿਆਂ ਨੂੰ ਸਾਡਾ ਉਦੋਂ ਹੀ ਪਤਾ ਲੱਗਿਆ ਜਦੋਂ ਸਾਡੀਆਂ ਫੋਟੋਆਂ ਪੁਲਿਸ ਵਾਲੇ ਲਗਾਏ ਉੱਥੇ ਨੇ। ਇੱਕ ਦੂਜੇ ਨੂੰ ਟੀਚਰਾਂ ਕਰਦੇ ਸੀਗੇ ਵੀ ਇੱਥੇ ਕੋਈ ਮਾਤਾ ਚਾਹ ਨਾ ਲਈ ਆਉਂਦੀ ਹੋਵੇ ਵੀ ਘਰੇ ਇੰਡੀਆ ਹੀ ਲੱਗ ਆ। ਤੇ ਸਾਨੂੰ ਬਹੁਤ ਕੁਛ ਕੈਨੇਡਾ ਨੇ ਦਿੱਤਾ। ਇੱਕ ਬੰਦੇ ਦੇ ਮਗਰ ਮੇਰੇ ਕੋਲ 100-150 ਬੰਦਾ ਅੱਜ ਇੱਥੇ ਬੈਠਾ ਕੈਨੇਡਾ ਦੇ ਵਿੱਚ। ਬਾਕੀ ਜਿਹੜਾ ਦਿਨ ਜਿਹੜੇ ਕੱਟੇ ਉਹ ਸਾਨੂੰ ਕਦੇ ਨਹੀਂ ਭੁੱਲਣੇ। ਅਸੀਂ ਤਾਂ ਹੁਣ ਵੀ ਰੋਕੀ ਦਾ ਵੀ ਜਿਹੜਾ ਗਲਤ ਤਰੀਕੇ ਨਾਲ ਨਾ ਹੋ, ਹੁਣ ਈਜੀ ਵੇ ਆ। ਸੋ ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਸੋ ਮੈਂ ਉਹਨਾਂ ਪੰਜਾਬੀਆਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ 1987 ਦੇ ਵਿੱਚ ਜੋ ਕੈਨੇਡਾ ਦੀ ਧਰਤੀ ਦੇ ਉੱਤੇ ਲੈਂਡ ਕਰਦੇ ਨੇ। ਜੁਲਾਈ ਦੇ ਮਹੀਨੇ ਵਿੱਚ ਹੀ ਉਹ ਕੈਨੇਡਾ ਦੀ ਧਰਤੀ ਤੇ ਪੈਰ ਰੱਖਦੇ ਨੇ ਤੇ ਉਹਨਾਂ ਦਾ ਇਹ ਐਕਸਪੀਰੀਅੰਸ ਕਿਸ ਤਰੀਕੇ ਦਾ ਰਿਹਾ। ਸੋ ਕੀ ਇਹਨਾਂ ਨੂੰ ਪਤਾ ਸੀ ਕਿ ਇਹ ਕੈਨੇਡਾ ਵੱਲ ਨੂੰ ਮੂਵ ਕਰ ਰਹੇ ਨੇ ਜਾਂ ਇਹ ਸੀਗਾ ਕਿ ਬਸ ਇੱਕ ਕਿਨਾਰਾ ਮਿਲ ਜਾਵੇ ਕਿਸ਼ਤੀ ਨੂੰ? ਸੋ ਸਾਰੇ ਉਹਨਾਂ ਦੇ ਅਸੀਂ ਹੱਡ ਬੀਤੀ ਸੁਣਾਂਗੇ, ਐਕਸਪੀਰੀਅੰਸ ਸੁਣਾਂਗੇ, ਕਿੰਨਾ ਚਿਰ ਉਹਨਾਂ ਨੇ ਸ਼ਿਪ ਦੇ ਉੱਤੇ ਬਿਤਾਇਆ ਤੇ ਉਸ ਟਾਈਮ ਕਿਹੜੀਆਂ ਹਰਡਲਸ, ਕਿਹੜੀਆਂ ਰੁਕਾਵਟਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਜਦੋਂ ਇੱਥੇ ਪਹੁੰਚੇ, ਤਾਂ ਕੀ ਈਜ਼ੀਲੀ ਐਕਸੈਪਟੇਬਲ ਸੀ, ਇੱਥੋਂ ਦਾ ਸਿਸਟਮ ਕਿਸ ਤਰੀਕੇ ਨਾਲ ਉਸ ਨੂੰ ਐਕਸੈਪਟ ਕੀਤਾ ਗਿਆ ਜਾਂ ਇੱਥੇ ਆ ਕੇ ਇਹਨਾਂ ਦੀ ਕਿਹਨਾਂ ਨੇ ਮਦਦ ਕੀਤੀ। ਸੋ ਸਾਰਾ ਕੁਝ ਅਸੀਂ ਜਾਣਾਂਗੇ। ਜ਼ਰੂਰ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪੰਜਾਬੀ ਜਿਨ੍ਹਾਂ ਨੇ ਇੱਥੇ ਆ ਕੇ ਮੱਲਾਂ ਮਾਰੀਆਂ ਨੇ, ਮਿਹਨਤਾਂ ਕੀਤੀਆਂ ਨੇ। ਸ਼ੁਰੂਆਤ ਇਹਨਾਂ ਦੇ ਜ਼ਰੀਏ ਹੋਈ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਵਿੰਦਰ ਸਿੰਘ ਦੁਲੇ। ਦਵਿੰਦਰ ਸਿੰਘ ਜੀ, ਬੇਸਿਕਲੀ ਤੁਸੀਂ ਕਿੱਥੋਂ ਬਿਲੋਂਗ ਕਰਦੇ? ਪਿੱਛੋਂ ਮੈਂ ਪੰਜਾਬ ਤੋਂ, ਪਿੰਡ ਮੇਰਾ ਪ੍ਰਤਾਪਰਾ, ਜਲੰਧਰ ਡਿਸਟ੍ਰਿਕਟ ਹੈ। ਤੇ ਕੈਨੇਡਾ 'ਚ ਫਿਰ ਕਿੱਥੇ ਰਹਿੰਦੇ ਹੋ? ਕੈਨੇਡਾ ਦੇ ਵਿੱਚ ਹੁਣ ਮੈਂ ਵੈਨਕੂਵਰ ਸਰੀ ਰਹਿੰਦਾ ਹੈਗਾ, BC ਦੇ ਵਿੱਚ। ਕਿੰਨਾ ਚਿਰ ਹੋ ਗਿਆ ਕੈਨੇਡਾ ਰਹਿੰਦਿਆਂ ਨੂੰ? ਕੈਨੇਡਾ 1987 ਤੋਂ, ਹਾਂਜੀ, ਕੈਨੇਡਾ ਦੇ ਵਿੱਚ ਅਸੀਂ ਆਏ ਸੀ। ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਕਿ ਜੁਲਾਈ 1987 ਵਿੱਚ ਤੁਸੀਂ ਕੈਨੇਡਾ ਆਏ ਸੀ, ਪਰ ਕੈਨੇਡਾ ਪਹੁੰਚਣ ਦਾ ਸਫ਼ਰ ਵੀ ਕੋਈ ਬਹੁਤਾ ਸੁਖਾਲਾ ਨਹੀਂ ਸੀਗਾ। ਸੋ ਥੋੜ੍ਹਾ ਜਿਹਾ ਅੱਜ ਉਸ ਸਫ਼ਰ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਪਹਿਲਾਂ ਆਪਣੇ ਸਾਥੀਆਂ ਦੇ ਨਾਲ ਇੰਟਰੋਡਕਸ਼ਨ ਸਾਡੀ ਦਰਸ਼ਕਾਂ ਦੀ ਤੇ ਸਾਡੀ ਜ਼ਰੂਰ ਕਰਵਾਓ ਕਿ ਤੁਹਾਡੇ ਨਾਲ ਇਸ ਵਕਤ ਕੌਣ-ਕੌਣ ਹੈਗੇ। ਬਿਲਕੁਲ ਜੀ। ਰਾਈਟ ਨਾਓ ਸਾਡੇ ਨਾਲ ਪਿਆਰਾ ਸਿੰਘ ਜੀ ਆ, ਇੱਧਰ ਭਾਜੀ ਗੁਰਮੇਲ ਸਿੰਘ ਤੇ ਭਾਜੀ ਰਣਜੀਤ ਸਿੰਘ ਹੋਣੀ ਆ, ਤੇ ਇੱਧਰ ਭਾਜੀ ਧਰਮਪਾਲ ਸਿੰਘ ਤੇ ਭਾਈ ਨਿਰਮਲ ਸਿੰਘ। ਸੋ ਤੁਸੀਂ ਵੀ ਸਰ 1987 ਦੇ ਵਿੱਚ ਹੀ ਨਾਲ ਹੀ ਆਏ ਸੀ? ਹਾਂਜੀ ਬਿਲਕੁਲ, ਅਸੀਂ ਨਾਲ ਹੀ ਆਏ ਸੀ, ਇਕੱਠੇ ਹਾਂਜੀ ਸ਼ਿਪ ਦੇ ਵਿੱਚ। ਤੇ ਉਸ ਟਾਈਮ ਤੇ ਹੁਣ ਦੇ ਟਾਈਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਹਜੇ ਵੀ ਉਹ ਯਾਦ ਆ ਸਫ਼ਰ, ਜਿਹੜਾ ਸਫ਼ਰ ਤੁਸੀਂ ਸਮੁੰਦਰ ਦੇ ਵਿੱਚ ਕੱਢਿਆ ਸੀ? ਹਾਂਜੀ, ਉਹ ਤਾਂ ਸਾਡੇ ਨਾਲ ਹੀ ਜਾਊਗਾ, ਉਹ ਤਾਂ ਕਦੇ ਭੁੱਲਣ ਵਾਲਾ ਹੈ ਨਹੀਂ ਤੇ ਮੇਰੇ ਖਿਆਲ ਕਦੀ ਭੁੱਲਣਾ ਵੀ ਨਹੀਂ ਉਹ ਸਫ਼ਰ, ਕਿਉਂਕਿ ਉੱਦਾਂ ਦਾ ਸਫ਼ਰ ਨਾ ਬਾਅਦ 'ਚ ਮਿਲਿਆ ਕਦੀ ਤੇ ਨਾ ਪਹਿਲਾਂ ਸਫ਼ਰ ਸੀਗਾ। ਕਿਉਂਕਿ ਜਿਹੜੇ 19 ਦਿਨ ਅਸੀਂ ਉੱਥੇ ਸ਼ਿਪ ਦੇ ਵਿੱਚ, ਇੱਕ ਕਾਰਗੋ ਸ਼ਿਪ ਸੀਗਾ, ਕੋਈ ਸਵਾਰੀਆਂ ਵਾਲਾ ਸ਼ਿਪ ਨਹੀਂ ਸੀਗਾ ਕਿ ਅਸੀਂ ਆਪਣੇ ਬੈੱਡਾਂ 'ਤੇ ਸੌਂ ਕੇ ਆਏ। ਥੱਲੇ ਵਿਛਾਈ ਸੀ ਤਰਪਾਲ ਦੇ ਉੱਪਰ ਅਸੀਂ ਸੌਂਦੇ ਸੀਗੇ ਤੇ ਨਾ ਕੋਈ ਸਾਡੇ ਕੋਲ ਬਹੁਤਾ ਕੋਈ ਲੈਣ ਨੂੰ ਕੱਪੜਾ ਉੱਪਰ ਸੀਗਾ। 4-5 ਜਾਣੇ ਇੱਕ ਕੰਬਲ 'ਚ ਹੁੰਦੇ ਸੀ ਤੇ ਇਸ ਕਰਕੇ ਖਾਣ ਪੀਣ ਦਾ ਵੀ ਪ੍ਰਬੰਧ ਸ਼ੁਰੂ 'ਚ ਵਧੀਆ ਰਿਹਾ, ਪਰ ਫਿਰ ਵੀ 24 ਘੰਟਿਆਂ ਬਾਅਦ ਹੀ ਖਾਣਾ ਮਿਲਦਾ ਸੀ ਇੱਕ ਵਾਰੀ। ਤੇ ਮੈਨੂੰ ਯਾਦ ਹੈ ਕਿ ਜਦੋਂ ਇੱਕ ਦਿਨ ਰੋਟੀ ਮਿਲਦੀ ਸੀ, ਅਸੀਂ ਰੋਟੀ ਨੂੰ ਉਹਨਾਂ ਨੂੰ ਆਪਣਾ ਵੈਸੇ ਜੇਬ 'ਚ ਪਾ ਲੈਂਦੇ ਤੇ ਨੈਕਸਟ ਡੇ ਉਹਨੂੰ ਬਾਹਰ ਪੁੱਠਾ ਕਰਕੇ ਜੇਬ ਭੋਰ ਨੂੰ ਖਾਈ ਜਾਂਦੇ।
ਪਰ ਇਦਾਂ ਮਤਲਬ ਜਦੋਂ ਤੁਹਾਨੂੰ ਭੁੱਖ ਹੁੰਦੀ ਆ ਉਦੋਂ ਕੋਈ ਚੀਜ਼ ਵੀ ਮਾਇਨੇ ਨਹੀਂ ਰੱਖਦੀ ਕਿ ਕਿੱਦਾਂ ਦੀ ਹੈ ਤੇ ਕਿੱਥੇ ਹੈ। ਤੁਹਾਡੇ ਨਾਲ ਟੋਟਲ ਉਸ ਸ਼ਿਪ ਦੇ ਵਿੱਚ ਕਿੰਨੇ ਕੁ ਲੋਕ ਸਵਾਰ ਸੀ? ਅਸੀਂ ਟੋਟਲ 174 ਸੀਗੇ, ਜਿਹਦੇ ਵਿੱਚੋਂ 4 ਮੁਸਲਮਾਨ ਵੀਰ ਸੀਗੇ ਤੇ ਇੱਕ ਤੁਰਕੀ ਤੋਂ ਲੇਡੀ ਸੀਗੀ ਜਿਹੜੀ ਇੱਕ ਸਾਡੇ ਨਾਲ ਸਫ਼ਰ ਕਰ ਰਿਹਾ ਸੀਗਾ ਪੰਜਾਬੀ। ਉਹਦੀ ਵਾਈਫ ਸੀ ਜਾਂ ਗਰਲਫ੍ਰੈਂਡ ਸੀ, ਉਹਦੇ ਨਾਲ ਸੀ, ਉਹ ਦੋਨੋਂ ਹਸਬੈਂਡ ਵਾਈਫ ਸੀ ਸਮਝ ਲਓ। ਤੇ ਸਾਰਿਆਂ ਨੂੰ ਇੱਕ ਹੀ ਕਾਰਗੋ 'ਚ ਰੱਖਿਆ ਗਿਆ? ਹਾਂਜੀ ਹਾਂਜੀ, ਇੱਕੋ ਹੀ ਕਾਰਗੋ ਦੇ ਵਿੱਚ ਰੱਖੇ ਗਏ ਸੀ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਖਾਣ ਪੀਣ ਦਾ ਵੀ ਸਿਸਟਮ ਔਖਾ ਸੀਗਾ, ਸੋ ਕਿੱਥੋਂ ਤੁਸੀਂ ਚੜ੍ਹੇ ਸੀ? ਉਸ ਟਾਈਮ ਜੇਬ 'ਚ ਕਿੰਨੇ ਕੁ ਪੈਸੇ ਸੀ ਤੁਹਾਡੇ? ਜੇਬ 'ਚ ਪੈਸੇ ਤਾਂ ਸਾਡੇ ਕੋਈ ਬਹੁਤੇ ਨਹੀਂ ਸੀਗੇ, ਕਿਉਂਕਿ ਅਸੀਂ ਜੋ ਪੈਸੇ ਸੀਗੇ ਉੱਥੇ ਆਪਣਾ ਦੇ ਕੇ ਉੱਥੇ ਜਰਮਨ ਦੇ ਵਿੱਚ ਮੈਂ ਜਰਮਨ ਤੋਂ ਤੁਰਿਆ ਸੀਗਾ ਤੇ ਅਸੀਂ ਆਏ ਸੀ। ਪੈਸੇ ਮੇਰੇ ਕੋਲ 20 ਮਾਰਕ ਸੀਗੇ ਤੇ ਜਦੋਂ ਅਸੀਂ ਬਾਹਰ ਨਿਕਲੇ ਮੇਰੇ ਕੋਲ ਇੱਕ ਟਰੈਕ ਸੂਟ ਸੀਗਾ ਜਿਹੜਾ ਮੈਂ ਪਾਇਆ ਹੋਇਆ ਸੀ। ਬਸ ਇਹ ਹੀ ਸਾਡੀ ਪ੍ਰਾਪਰਟੀ ਸੀਗੀ ਜਦੋਂ ਅਸੀਂ ਕੈਨੇਡਾ ਦੀ ਸ਼ੁਰੂਆਤ ਕੀਤੀ। ਸੋ ਉਹ ਕਿੰਨਾ ਕੁ ਟਾਈਮ ਤੁਸੀਂ ਟੋਟਲੀ ਸ਼ਿਪ ਦੇ ਵਿੱਚ ਗੁਜ਼ਾਰਿਆ ਤੇ ਜਦੋਂ ਉੱਥੋਂ ਤੁਸੀਂ ਪੋਰਟ ਤੋਂ ਤੁਰੇ ਹੋ ਤੇ ਤੁਹਾਨੂੰ ਪਤਾ ਸੀਗਾ ਵੀ ਅਸੀਂ ਕੈਨੇਡਾ ਜਾ ਰਹੇ ਹਾਂ, ਜਾਂ ਇਹ ਨਹੀਂ ਪਤਾ ਸੀ ਕਿ ਬਸ ਇੱਕ ਵਾਰੀ ਕਿਨਾਰੇ ਤੇ ਲਾ ਦੇਵੇ ਸ਼ਿਪ? ਤੁਸੀਂ ਜਿਹੜਾ ਜੀ ਅਸੀਂ ਤਾਂ ਬਹੁਤ ਮਤਲਬ ਥੱਕ ਗਏ ਸੀਗੇ, ਕੰਨ ਪੱਕ ਗਏ ਸੀ ਸਾਡੇ ਵੀ ਕਦੋਂ ਧਰਤੀ ਮਿਲੂਗੀ, ਕਦੋਂ ਧਰਤੀ ਮਿਲੂਗੀ। ਕਿਉਂਕਿ ਜਦੋਂ ਅਸੀਂ ਚੱਲੇ ਸੀ ਉਦੋਂ ਕਹਿੰਦੇ ਸੀ 12 ਕੁ ਦਿਨ ਦਾ ਸਫ਼ਰ ਹੈ, ਪਰ ਉਹ ਮੌਸਮ ਖਰਾਬ ਵਿੱਚ ਹੋ ਗਿਆ ਤੇ ਇਸ ਕਰਕੇ ਟਾਈਮ ਜ਼ਿਆਦਾ ਲੱਗ ਗਿਆ। ਫਿਰ ਜਦੋਂ ਇੱਕ ਇੱਕ ਦਿਨ ਸਾਨੂੰ ਮਤਲਬ ਬੜਾ ਔਖਾ ਨਿਕਲਦਾ ਸੀਗਾ ਵੀ ਅੱਜ ਸਾਨੂੰ ਪਹਿਲਾਂ ਆਵਾਜ਼ ਸੁਣੀ ਵੀ ਲੱਗਦਾ ਕਿ ਕੋਈ ਧਰਤੀ ਨੇੜੇ ਆ ਗਈ ਹੈ। ਸਾਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਕੈਨੇਡਾ ਵਿੱਚ ਉਤਰੇ ਹਾਂ, ਮਤਲਬ ਇਹਨਾਂ ਸੀ ਕਿ ਹਾਂ ਕੈਨੇਡਾ ਜਾ ਰਹੇ ਕਿਉਂਕਿ ਅਸੀਂ ਕੈਨੇਡਾ ਜਾਣ ਵਾਸਤੇ ਚੜ੍ਹੇ ਸੀਗੇ ਵੀ ਕੈਨੇਡਾ ਹੀ ਹੋਊਗਾ। ਫਿਰ ਜਦੋਂ ਅਸੀਂ ਬਾਅਦ ਵਿੱਚ ਉੱਥੇ ਸਮੁੰਦਰ ਦੇ ਕਿਨਾਰੇ 'ਤੇ ਬੈਠੇ ਸੀਗੇ 10 ਵਜੇ ਅਸੀਂ ਉੱਥੇ ਆਏ ਗਏ ਸੀਗੇ। ਫਿਰ ਉੱਥੇ ਬੈਠ ਕੇ ਆਪਣਾ ਨਿਤਨੇਮ ਕੀਤਾ। ਉਸ ਤੋਂ ਬਾਅਦ ਅਸੀਂ 2 ਦੇ ਕਰੀਬ ਉੱਥੋਂ ਅਸੀਂ ਚੱਲ ਪਏ, ਜੰਗਲ ਦੇ ਵਿੱਚ ਚੱਲ ਪਏ। ਕਿੱਧਰ ਨੂੰ ਚੱਲੇ ਹਾਂ ਕੋਈ ਪਤਾ ਨਹੀਂ ਵੀ ਅਸੀਂ ਕਿੱਥੇ ਜਾ ਰਹੇ ਹਾਂ। ਉਸ ਤੋਂ 2-3 ਕਿਲੋਮੀਟਰ ਜਾਣ ਤੋਂ ਬਾਅਦ ਸਾਨੂੰ ਫਿਰ ਰੋਡ ਮਿਲੀ ਤੇ ਫਿਰ ਉੱਥੇ ਜਦੋਂ ਸਾਡੇ ਨਾਲ ਇੱਕ ਭਾਈ ਸਾਹਿਬ ਸੀਗੇ ਜਿਹੜੇ ਇੱਥੋਂ ਡਿਪੋਰਟ ਹੋ ਕੇ ਗਏ ਸੀ, ਉਹਨਾਂ ਨੇ ਜੋ ਦੇਖਿਆ ਉਹ ਕਹਿੰਦੇ ਵੀ ਹਾਂ ਕੈਨੇਡਾ ਹੀ ਹੈ। ਤੇ ਫਿਰ ਸਾਨੂੰ ਮਤਲਬ ਸਲੀ ਉੱਥੇ ਪੁੱਛਣ ਲੱਗ ਗਏ, ਕਹਿਣ ਲੱਗੇ ਵੀ ਟੋਰਾਂਟੋ ਜਾਣਾ ਸੀ। ਕੋਈ ਕਹੇ ਟੋਰਾਂਟੋ ਇੱਧਰ ਆ, ਕੋਈ ਟੋਰਾਂਟੋ ਇੱਧਰ ਆ। ਟੋਰਾਂਟੋ ਤੋਂ 2000 ਕਿਲੋਮੀਟਰ ਸੀਗਾ। ਤੇ ਉਸ ਤੋਂ ਬਾਅਦ ਫਿਰ ਅਗਲੀ ਸਟੋਰੀ ਆਪਾਂ ਨਿਰਮਲ ਸਿੰਘ ਤੋਂ ਪੁੱਛ ਲੈਣਾ ਹੈ ਜੀ। ਨਿਰਮਲ ਸਿੰਘ ਜੀ, ਇਸ ਤੋਂ ਬਾਅਦ ਵੀ ਮੈਂ ਜਾਣਾਂਗੀ ਜ਼ਰੂਰ, ਪਰ ਇਹ ਦੱਸੋ ਕਿ ਉਸ ਟਾਈਮ ਸ਼ਿਪ ਦੇ ਵਿੱਚ ਜਦੋਂ ਤੁਸੀਂ ਉੱਥੇ ਸਫ਼ਰ ਕੀਤਾ, ਤੁਸੀਂ 18 ਤੋਂ 20 ਦਿਨ ਸ਼ਿਪ ਦੇ ਵਿੱਚ ਰਹੇ ਹੋ, ਉਸ ਦੌਰਾਨ ਕਿਹੜੀਆਂ ਮੁਸ਼ਕਿਲਾਂ ਜ਼ਿਆਦਾ ਫੇਸ ਕੀਤੀਆਂ ਨੇ? ਕੀ ਉੱਥੇ ਜਾ ਕੇ ਮਤਲਬ ਗੱਲਬਾਤ ਹੁੰਦੀ ਸੀ ਆਪਸ 'ਚ, ਮੁਸਾਫਰਾਂ ਦੀ ਗੱਲਬਾਤ ਵੀ ਹੁੰਦੀ ਸੀਗੀ? ਸੋ ਕਿਵੇਂ ਦਾ ਉਹ ਦਿਨ ਰਾਤ ਕੱਟਿਆ? ਪਤਾ ਲੱਗਦਾ ਸੀ ਹੁਣ ਦਿਨ ਚੜ ਗਿਆ, ਹੁਣ ਰਾਤ ਹੋ ਗਈ ਹੈ? ਪਤਾ ਤਾਂ ਲੱਗਦਾ ਸੀਗਾ। ਬਾਕੀ ਜਿਹੜਾ ਦਿਨ ਜਿਹੜੇ ਕੱਟੇ ਉਹ ਸਾਨੂੰ ਕਦੇ ਨਹੀਂ ਭੁੱਲਣੇ, ਕਿਉਂਕਿ ਪਾਣੀ ਵੀ ਸਾਨੂੰ ਇੱਕ ਗਲਾਸ ਉਹ ਦੂਸਰਾ ਦਿੰਦੇ ਸੀ ਫੋਮ ਦਾ ਜਿਹੜਾ ਹੁੰਦਾ ਵੀ ਚਾਹੇ ਤੁਸੀਂ ਇਹਨੂੰ ਪੀ ਲਓ ਤੇ ਚਾਹੇ ਡੋਲ ਦਿਓ। ਤੇ ਨਾ ਕੋਈ ਬੁਰਸ਼ ਕੀਤਾ, ਨਾ ਨਹਾਤੇ, ਨਾ ਕੋਈ ਅਸੀਂ ਦੂਸਰਾ। ਬਿਲਕੁਲ ਸਾਡੇ ਰੰਗ ਇੱਦਾਂ ਦੇ ਕਾਲੇ ਹੋ ਗਏ। ਤੇ ਰੋਟੀ ਜਿਹੜੀ ਆ ਸਵੇਰ ਤੋਂ ਬਣਾਉਣ ਲੱਗ ਜਾਂਦੇ ਸੀ 174 ਬੰਦਿਆਂ ਦੀ, ਤੇ ਸ਼ਾਮ ਤੱਕ ਸ਼ਾਮ ਆ ਜਾਂਦੀ ਸੀ। ਕਿਸੇ ਨੂੰ ਮਿਲ ਗਈ ਇੱਕ ਰੋਟੀ, ਕਿਸੇ ਨੂੰ ਉਹ ਵੀ ਨਹੀਂ ਮਿਲੀ। ਤੇ ਆਪਦਾ ਇੱਦਾਂ ਹੀ ਟਾਈਮ ਪਾਸ ਅਸੀਂ ਕਰਕੇ ਆਏ ਹਾਂ। ਬਾਕੀ ਸਾਡੇ ਕੋਲ ਕੱਪੜੇ ਵੀ ਹੈ ਨਹੀਂ ਸੀ, ਇੱਕ ਕੰਬਲ ਦੇ ਵਿੱਚ 5-5 6 ਜਾਣੇ ਪੈਂਦੇ ਸੀ। ਤੇ ਸ਼ਿਪ ਉਹ ਇੰਨਾ ਗੰਦਾ ਸੀ ਕਿ ਜਿਹੜਾ ਉੱਥੇ ਬੰਦਾ ਵੜੀ ਨਹੀਂ ਸਕਦਾ, ਉਲਟੀਆਂ ਆਉਂਦੀਆਂ ਸੀ ਬਹੁਤ ਬੰਦਾ। ਰਾਸ਼ਨ ਪਾਣੀ ਫਿਰ ਆਪਣਾ ਨਾਲ ਲੈ ਕੇ ਤੁਰੇ ਸੀ ਜਾਂ ਸ਼ਿਪ ਤੇ? ਰਾਸ਼ਨ ਪਾਣੀ ਜਿਹੜਾ ਉਹ ਪਹਿਲਾਂ ਰੱਖਿਆ ਸੀ ਉਹਨਾਂ ਨੇ ਸ਼ਿਪ ਵਾਲਿਆਂ ਨੇ, ਤੇ ਉਹਦੇ ਵਿੱਚ ਉਹ ਤਿਆਰ ਕਰਦੇ ਸੀ। ਕੁਛ ਦਿਨ ਪਹਿਲਾਂ ਆ ਕੇ ਸਾਡਾ ਜਿਹੜੇ ਗੈਸ ਵਾਲੇ ਸਿਲੰਡਰ ਸੀ ਉਹ ਵੀ ਮੁੱਕ ਗਏ। ਫਿਰ ਉਹ ਲੱਕੜਾਂ ਜਿਹੜੀਆਂ ਹੁੰਦੀਆਂ ਵਾ ਸ਼ਿਪ ਦੇ ਵਿੱਚ ਉਹ ਮਚਾ ਕੇ ਤੇ ਆਪਦਾ ਲੰਗਰ ਤਿਆਰ ਜਿਹੜਾ ਉਹ ਕਰਦੇ ਸੀਗੇ। ਤੇ ਬਹੁਤ ਮਾੜਾ ਟਾਈਮ ਸੀਗਾ। ਸਾਨੂੰ ਪਤਾ ਨਹੀਂ ਸੀ ਵੀ ਅਸੀਂ ਬਚਾਂਗੇ ਜਾਂ ਵੀ ਪਹੁੰਚ ਜਾਵਾਂਗੇ। ਪਿੱਛੇ ਪਰਿਵਾਰਾਂ ਨੂੰ ਪਤਾ ਸੀ ਕਿ ਤੁਸੀਂ ਇੱਦਾਂ ਸਫ਼ਰ ਤੇ ਨਹੀਂ? ਪਿੱਛੇ ਪਰਿਵਾਰਾਂ ਨੂੰ ਨਹੀਂ ਪਤਾ, ਮੋਹਰੇ ਕਿਸੇ ਨੂੰ ਨਹੀਂ ਪਤਾ ਵੀ ਕੋਈ ਬੰਦਾ ਸਾਡਾ ਆ ਰਿਹਾ। ਅਸੀਂ ਦੱਸਿਆ ਹੀ ਨਹੀਂ ਕਿਸੇ ਨੂੰ ਵੀ। ਉੱਥੋਂ ਚੜ੍ਹ ਗਏ ਵੀ ਚਲੋ ਸ਼ਿਪ ਵਾਲੇ ਕਹਿੰਦੇ ਵੀ ਜਾਣਾ ਵਾ ਤੁਸੀਂ ਚੜ੍ਹ ਜਾਓ। ਤੇ ਅਸੀਂ ਨਾ ਘਰਦਿਆਂ ਨੂੰ ਦੱਸਿਆ, ਨਾ ਮੋਹਰਲੇ ਜਿਹੜੇ ਬੰਦੇ ਸੀਗੇ ਇੱਥੇ ਰਿਸ਼ਤੇਦਾਰ ਕੋਈ, ਉਹਨਾਂ ਨੂੰ ਨਹੀਂ ਦੱਸਿਆ ਵੀ ਅਸੀਂ ਆ ਰਹੇ ਹਾਂ ਕਿੱਦਾਂ ਵਾ। ਸੋ ਪਰਿਵਾਰ ਨੂੰ ਕਿਹੜੇ ਵੇਲੇ ਜਾ ਕੇ ਪਤਾ ਲੱਗਿਆ ਵੀ ਅੱਛਾ ਤੁਸੀਂ ਹੁਣ ਕੈਨੇਡਾ 'ਚ ਪਹੁੰਚ ਗਏ? ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਅਸੀਂ ਉੱਥੇ ਹੈਲੀਫੈਕਸ ਸਾਨੂੰ ਆ ਕੇ ਮਿਲਟਰੀ ਵਾਲਿਆਂ ਨੇ ਰੱਖਿਆ ਸਾਨੂੰ। ਤੇ ਕੁਛ ਬੰਦੇ ਵਿੱਚ ਉੱਥੇ ਆਏ ਤਾਂ ਉਹਨਾਂ ਨੇ ਕਿਹਾ ਵੀ ਇਹ ਬੰਦੇ ਸਹੀ ਨਹੀਂ ਲੱਗਦਾ। ਤੇ ਫਿਰ ਉਹਨਾਂ ਨੇ ਪਹਿਲਾਂ ਸਾਨੂੰ ਕਹਿੰਦੇ ਵੀ ਤੁਹਾਨੂੰ ਐਤਵਾਰ ਫੜਿਆ ਸੀ, ਕਹਿੰਦੇ ਤੁਹਾਨੂੰ ਮੰਗਲਵਾਰ ਛੱਡ ਦਾਂਗੇ। ਪਰ ਮੰਗਲਵਾਰ ਉਹ ਕਹਿੰਦੇ ਵੀ ਹੁਣ ਨਹੀਂ ਤੁਹਾਨੂੰ ਛੱਡਣਾ, ਵੀ ਤੁਹਾਡੀ ਅਸੀਂ ਇਨਕੁਆਇਰੀ ਕਰਨੀ ਪਿੱਛੋਂ। ਫਿਰ ਸਾਰੇ ਉਹ ਇਮੀਗ੍ਰੇਸ਼ਨ ਵਾਲੇ ਦਿੱਲੀੋਂ ਤੇ ਨਾਲ ਪੁਲਿਸ, ਉਹ ਸਾਡੇ ਸਾਰੇ ਘਰਾਂ ਦੇ ਵਿੱਚ ਇਨਕੁਆਇਰੀ ਕੀਤੀ ਉਹਨਾਂ ਨੇ। ਤੇ ਫਿਰ ਜਾ ਕੇ ਸਾਡੇ ਬੌਂਡ ਭਰੇ। ਇੱਥੇ ਗੋਰਿਆਂ ਨੇ ਵੀ ਬੌਂਡ ਭਰੇ ਸਾਡੇ, ਤੇ ਆਪਣੀ ਕਮਿਊਨਿਟੀ ਨੇ ਭਰੇ। ਬਾਕੀ ਗੁਰਦੁਆਰੇ ਵਾਲਿਆਂ ਨੇ ਸਾਡੀਆਂ ਜਿੰਨੀ ਮਦਦ ਬਹੁਤ ਕੀਤੀ। ਇੱਥੋਂ ਇਹਨਾਂ ਨੇ ਬੱਸਾਂ ਭੇਜੀਆਂ, ਉੱਥੋਂ ਹੈਲੀਫੈਕਸ ਲੈ ਕੇ ਆਏ। 17 ਦਿਨ ਅਸੀਂ ਉਹਨਾਂ ਕੋਲ ਰਹੇ, ਮਿਲਟਰੀ ਵਾਲਿਆਂ ਕੋਲ, ਮਿਲਟਰੀ ਬੇਸ ਦੇ ਵਿੱਚ। ਉਹਨਾਂ ਨੇ ਸਾਨੂੰ ਖਾਣਾ ਪਾਣੀ ਜੋ ਵੀ ਦਿੱਤਾ ਉੱਥੇ।
ਸੋ ਜਿਵੇਂ ਸਰ ਇਹਨਾਂ ਨੇ ਦੱਸਿਆ ਐਕਸਪੀਰੀਅੰਸ ਦੱਸਿਆ ਵਾ, ਮੈਂ ਥੋੜਾ ਜਿਹਾ ਜ਼ਰੂਰ ਪੁੱਛਣਾ ਚਾਹੁੰਦੀ ਹਾਂ, ਜਦੋਂ ਉੱਥੇ 170 ਲੋਕ ਕਰੀਬ ਸ਼ਿਪ 'ਚ ਸੀਗੇ, ਸੋ ਸਾਰਿਆਂ ਨੇ ਹੀ ਇੱਕ ਹੀ ਜਗ੍ਹਾ ਤੇ ਲੈਂਡ ਕੀਤਾ ਸੀ ਕੈਨੇਡਾ ਵਿੱਚ, ਜਾਂ ਰਾਸਤੇ ਵਿੱਚ ਉਤਰਦੇ ਕਿਤੇ ਗਏ ਜਾਂ ਕਿਤੇ ਹੋਰ ਪੋਰਟ ਤੇ ਵੀ ਉਤਰੇ ਸੀ? ਨਹੀਂ, ਵੈਸੇ ਤਾਂ ਪਹਿਲਾਂ ਤਾਂ ਪੋਰਟ ਹੀ ਹੈ ਨਹੀਂ ਸੀ ਕੋਈ, ਤੇ ਜਿਉਂ ਉੱਥੋਂ ਸ਼ਿਪ ਚੱਲਿਆ ਹਨ ਤੇ ਪਾਣੀ ਦੇ ਵਿੱਚ ਹੀ ਰਹੇ ਅਸੀਂ, ਕਿਸੇ ਪੋਰਟ ਤੇ ਨਹੀਂ, ਕਿਤੇ ਨਹੀਂ ਰੁਕੇ। ਤੇ ਜਦੋਂ ਆ ਕੇ ਰੁਕੇ ਵੀ ਆ ਤਾਂ ਉਹ ਪੋਰਟ ਨਹੀਂ ਸੀ, ਉਹ ਇੱਕ ਕਹਿ ਲਓ ਵੀ ਸਮੁੰਦਰ ਦਾ ਕੰਢਾ ਸੀ, ਪੱਥਰ ਸੀ ਆਲੇ ਦੁਆਲੇ, ਤੇ ਪਤਾ ਨਹੀਂ ਸੀ ਉੱਤੋਂ ਜਦੋਂ ਸ਼ਿਪ ਤੋਂ ਆਏ ਵੀ ਅਸੀਂ, ਜਾਂ ਐਂ ਕਹਿ ਲਓ ਵੀ ਸ਼ਿਪ ਤੋਂ ਅਸੀਂ ਡਿੱਗੇ ਆ, ਕਿਉਂਕਿ ਕੋਈ ਰਸਤਾ ਤਾਂ ਹੈ ਨਹੀਂ ਸੀ। ਤਾਂ ਉਹ ਇੱਕ ਸਲਾਈਡ ਟਾਈਪ ਆਫ ਬਣਾ ਲਈ ਉਹਨਾਂ ਨੇ, 2 ਪੋਲ ਬਣਾ ਕੇ, ਤਾਂ ਉਹਦੇ ਟਾਰਪ ਬੰਨ੍ਹ ਕੇ ਆਲੇ ਦੁਆਲੇ, ਤੇ ਉਹਦੇ ਤੋਂ ਸਲਾਈਡ ਕਰਕੇ ਇਕੱਲੇ ਨੂੰ ਉਹਨਾਂ ਨੇ ਕਹਿ ਲਓ ਵੀ ਡੰਪ ਕਰ ਦਿੱਤਾ ਵਿੱਚ ਪਾਣੀ। ਥੱਲੇ ਪਾਣੀ ਸੀਗਾ, ਪੱਥਰ ਸੀਗੇ ਆਲੇ ਦੁਆਲੇ, ਤੇ ਕਈ ਬੰਦੇ ਫਿਰ ਜਦੋਂ ਉੱਥੋਂ ਡਿੱਗੇ ਆ ਤਾਂ ਉਹਨਾਂ ਦੇ ਕੁਝ ਸੱਟਾਂ ਵੀ ਲੱਗੀਆਂ, ਤੇ ਦੈਟਸ ਹਾਊ ਵੀ ਕਾਈਂਡ ਆਫ ਅਸੀਂ ਉੱਥੇ ਫਿਰ ਲੈਂਡ ਹੋਏ ਆ। ਤੇ ਰਾਹ ਦੇ ਵਿੱਚ ਕੋਈ ਇੱਦਾਂ ਰੁਕਣ ਨੂੰ ਕੋਈ ਇੱਦਾਂ ਦੀ ਜਗ੍ਹਾ ਨਹੀਂ ਸੀ। ਰਾਸਤੇ ਜਦੋਂ ਪਾਣੀ ਦਾ ਆਪਾਂ ਗੱਲ ਸੁਣਦੇ ਆ, ਕਈ ਵਾਰੀ ਇਹੋ ਜਿਹੀਆਂ ਮਿਸਹੈਪਨਿੰਗ ਦੀਆਂ ਘਟਨਾਵਾਂ ਵੀ ਹੋਈਆਂ ਨੇ। ਉਸ ਟਾਈਮ ਇਹ ਨਹੀਂ ਸੀਗਾ ਵੀ ਘਰਦਿਆਂ ਨੂੰ ਵੀ ਨਹੀਂ ਪਿੱਛੇ ਪਤਾ ਹੈਗਾ ਤੇ ਅਸੀਂ ਚੱਲ ਪਏ ਆ, ਪਤਾ ਨਹੀਂ ਅੱਗੇ ਜਾ ਕੇ ਕੀ ਹੋਏਗਾ ਕੀ ਨਹੀਂ ਹੋਏਗਾ, ਜਾਂ ਇੱਕ ਵਾਰੀ ਬਸ ਠਾਣ ਕੇ ਕਿ ਹੁਣ ਇੱਥੋਂ ਨਿਕਲਣਾ ਹੀ ਨਿਕਲਣਾ ਹੈ ਤੇ ਉਸ ਤੋਂ ਬਾਅਦ ਦੇਖੀ ਜਾਊਗਾ ਕੀ? ਹਾਂਜੀ, ਅਨਸਰਟਨਟੀ ਤਾਂ ਬਹੁਤ ਜ਼ਿਆਦਾ ਸੀ। ਇਹ ਤਾਂ ਪਤਾ ਹੀ ਨਹੀਂ ਸੀ ਨਾ ਵੀ ਲੱਗਣਾ ਗਿਆ ਕਿ ਨਹੀਂ ਲੱਗਣਾ ਸੀ। ਇਹ ਤਾਂ ਇੱਦਾਂ ਹੁੰਦਾ ਸੀ ਵੀ ਪਲ ਵੀ ਬਚ ਕੇ ਕਹਿ ਲਓ ਵੀ ਇੱਦਾਂ ਹੁੰਦਾ ਸੀ ਵੀ ਜਿਹੜਾ ਪਲ ਨਿਕਲ ਜਾਂਦਾ ਸੀ ਤਾਂ ਉਹਦਾ ਹੀ ਧੰਨਵਾਦ ਕਰੀਦਾ ਸੀ ਵੀ ਸ਼ੁਕਰ ਹੈ ਨਾ ਵੀ ਇੱਥੇ ਤੱਕ ਆ ਗਏ, ਆਹ ਹੋ ਗਿਆ। ਤੇ ਪਰ ਇੱਦਾਂ ਹੈ ਨਹੀਂ ਸੀ ਕੋਈ ਗਰੰਟੀ ਟਾਈਪ ਹੋਵੇ ਹਾਂ ਵੀ ਅਸੀਂ ਤਾਂ ਲੱਗ ਹੀ ਜਾਣਾ। ਤੇ ਬਾਕੀ ਫਿਕਰ ਜਿਹੜਾ ਘਰਦਿਆਂ ਨੂੰ ਤਾਂ ਹੁੰਦਾ ਜੇ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ, ਤੇ ਉਹਨਾਂ ਨੂੰ ਤਾਂ ਜਿਹੜੀ ਸਾਡੀਆਂ ਇਨਕੁਆਰੀਆਂ ਉੱਥੇ ਗਈਆਂ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਾ, ਜਾਂ ਜਿਹੜੇ ਉੱਥੇ ਦੇ ਨਿਊਜ਼ ਦੇ ਵਿੱਚ ਪਹਿਲਾਂ ਆ ਗਿਆ ਸੀ, ਉੱਥੇ ਦੀਆਂ ਖਬਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਪਹਿਲਾਂ ਆ ਗਿਆ ਸੀ ਕਿ ਆਹ ਛਿਪ ਗਿਆ। ਤੇ ਕਿਸੇ ਨੇ ਕਿਸੇ ਦੀ ਫੋਟੋ ਜਿੱਦਾਂ ਦੇਖ ਲਈ ਵੀ ਆਹ ਫਲਾਨਾ ਲੱਗਦਾ ਫਲਾਨਾ, ਇੱਦਾਂ ਮੇਰੇ ਇੱਕ ਪੇਪਰ ਦੇ ਮੂਹਰੇ ਫੋਟੋ ਲੱਗੀ ਸੀ, ਉਹ ਕੋਈ ਸਾਡੇ ਫੋਟੋ ਚੱਕ ਕੇ ਉਹ ਪੇਪਰ ਚੱਕ ਕੇ ਸਾਡੇ ਘਰੇ ਚਲ ਗਿਆ ਵੀ ਆਹ ਤੁਹਾਡਾ ਮੁੰਡਾ ਵੀ ਛਿਪ ਦੇ ਵਿੱਚ ਸੀ, ਤੇ ਉੱਦਾਂ ਨਹੀਂ ਸੀ ਉਹਨਾਂ ਨੂੰ ਪਤਾ। ਸੋ ਜਦੋਂ ਤੁਸੀਂ ਕਿਹਾ, ਮੈਂ ਇਹ ਥੋੜਾ ਜਿਹਾ ਜ਼ਰੂਰ ਪੁੱਛਣਾ ਚਾਹੁੰਦੀ ਹਾਂ, ਤੁਹਾਨੂੰ ਪਤਾ ਸੀ ਵੀ ਤੁਸੀਂ ਕੈਨੇਡਾ ਹੀ ਜਾਣਾ ਹੈ, ਜਾਂ ਇਹ ਵੀ ਨਹੀਂ ਪਤਾ ਸੀ ਵੀ ਅਸੀਂ ਕਿਹੜੀ ਧਰਤੀ ਤੇ ਜਾ ਕੇ ਲੈਂਡ ਕਰਾਂਗੇ? ਉਹਨੇ ਕਿਹਾ ਕੈਨੇਡਾ ਹੀ ਸੀਗਾ, ਉੱਥੋਂ ਜਦੋਂ ਅਸੀਂ ਤੁਰੇ ਹਾਂ ਉਹ ਕੈਨੇਡਾ ਕਹਿ ਕੇ ਤੁਰੇ ਹਾਂ ਵੀ ਕੈਨੇਡਾ ਜਾ ਰਹੇ ਹਾਂ। ਤੇ ਪਰ ਇੱਥੇ ਆ ਕੇ ਇਦਾਂ ਨਹੀਂ ਸੀ ਲੱਗਦਾ, ਕਿਉਂਕਿ ਅਸੀਂ ਤਾਂ ਪਹਿਲੀ ਵਾਰੀ ਆਏ ਸੀਗੇ ਵੀ ਵਾਕਈ ਕੈਨੇਡਾ 'ਚ ਆ ਗਏ ਹਾਂ। ਉੱਥੇ ਤਾਂ ਇਦਾਂ ਲੱਗਦਾ ਸੀਗਾ ਵੀ ਖਰਿਆ ਧਰਤੀ 'ਤੇ ਜਦੋਂ ਤੁਸੀਂ ਉਤਰਦੇ ਆ ਤਾਂ ਯੂਰਪ 'ਚੋਂ ਆਉਣ ਕਰਕੇ ਤਾਂ ਉਹ ਯੂਰਪ ਦੀ ਥੋੜ੍ਹੀ ਡਿਫਰੈਂਟ ਸ਼ਕਲ, ਡਿਫਰੈਂਟ ਆਈਡੀਆ ਸੀਗਾ। ਤੇ ਇੱਥੇ ਇਦਾਂ ਲੱਗਦਾ ਸੀਗਾ ਵੀ ਜਦੋਂ ਤੁਸੀਂ ਉਸ ਏਰੀਏ ਦੇ ਵਿੱਚ ਉਤਰੇ ਆ ਜਿੱਥੇ ਨੋਵਾ ਸਕੋਸ਼ੀਆ ਦੇ ਵਿੱਚ ਚਾਰਲਸਵਿਲ ਏਰੀਆ ਸੀਗਾ, ਤੇ ਉੱਥੇ ਇਦਾਂ ਲੱਗਦਾ ਸੀਗਾ ਵੀ ਕਿਉਂਕਿ ਇੱਕ ਪਿੰਡ ਵਾਂਗੂ ਇੱਦਾਂ ਦਾ ਲੱਗਾ ਵੀ ਜਿੱਦਾਂ ਸਮੁੰਦਰ ਦੇ ਕੰਢੇ 'ਤੇ, ਤਾਂ ਕਈ ਤਾਂ ਵਿੱਚੋਂ ਉੱਦਾਂ ਹੀ ਕਿਸੇ ਨੇ ਕਹਿ ਦਿੱਤਾ ਵੀ ਇਹ ਤਾਂ ਸਾਨੂੰ ਖਰਿਆ ਇੰਡੀਆ ਹੀ ਲਾਤਾ ਲਿਆ ਕੇ। ਤੇ ਦੇਰ ਵਾਜ਼ ਨੋ, ਪਤਾ ਹੀ ਨਹੀਂ ਸੀਗਾ ਵੀ ਅਸੀਂ ਵਾਕਈ ਉੱਥੇ ਉਤਰੇ ਆ ਜਿੱਥੇ ਅਸੀਂ ਉਤਰਨਾ ਕਿ ਨਹੀਂ। ਸਭ ਤੋਂ ਪਹਿਲੇ ਕੌਣ ਮਿਲੇ ਸੀ ਉੱਥੇ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕੀਤੀ ਆ, ਜਾਂ ਜਿਨ੍ਹਾਂ ਨਾਲ ਤੁਸੀਂ ਰਾਬਤਾ ਕਾਇਮ ਕੀਤਾ ਤੇ ਪਤਾ ਕੀਤਾ ਕਿ ਇਹ ਕਿਹੜੀ ਕੰਟਰੀ 'ਚ ਅਸੀਂ ਲੈਂਡ ਕੀਤੀ? ਜਾਂ ਐਕਚੁਅਲੀ ਨਾ ਅਸੀਂ ਜਦੋਂ ਉਤਰੇ ਆ ਨਾ, ਉਤਰ ਕੇ ਤਾਂ ਉੱਥੋਂ ਵੀ ਇੱਦਾਂ ਸੀਗਾ ਵੀ ਪਤਾ ਨਹੀਂ ਸੀ ਵੀ ਅਸੀਂ ਜਾਣਾ ਕਿੱਧਰ ਨੂੰ। ਐਂ ਕਹਿ ਲਓ ਵੀ ਅਸੀਂ ਇੱਕ ਨਾ ਲਾਈਟ ਦੇਖੀ ਜਗਦੀ ਤਾਂ ਲਾਈਟ ਨੂੰ ਫੋਲੋ ਕੀਤਾ ਕਿ ਚਲੋ ਉੱਧਰ ਲਾਈਟ ਜਗਦੀ ਆ ਉਹਨੂੰ ਜਾਂਦੇ ਆ। ਉੱਥੇ ਗਏ ਆ ਤਾਂ ਜਦੋਂ ਇੱਦਾਂ ਘੁੰਮ ਕੇ ਗਾਰਾ ਜਿਹਾ ਬਹੁਤ ਸੀਗਾ, ਜੈਲ ਜਿਹਦੇ ਵਿੱਚ ਦੀ ਕੱਪੜੇ ਵੀ ਜਿਹੜੇ ਪਾਏ ਹੋਏ ਸੀ ਉਹ ਲਿਬੜ ਗਏ, ਪੈਂਟਾਂ ਵੀ ਲਿਬੜ ਗਈਆਂ, ਜੁੱਤੀਆਂ ਵੀ ਲਾਹ ਕੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਸੀ ਸਾਡੇ। ਤੇ ਉਹ ਜਦੋਂ ਅਸੀਂ ਫਿਰ ਇੱਦਾਂ ਲਾਈਨ ਬਣਾ ਕੇ ਸੜਕ ਦੇ ਉੱਤੇ ਆਏ ਆ ਤਾਂ ਅਸੀਂ ਜਦੋਂ ਬਾਹਰ ਨਿਕਲੇ ਆ ਤਾਂ ਇੱਕ ਪਿਕਅਪ ਟਰੱਕ ਵਾਲਾ ਬੰਦਾ ਆਉਂਦਾ ਤੇ ਉਹਨੂੰ ਅਸੀਂ ਰੋਕਿਆ। ਰੋਕ ਕੇ ਤਾਂ ਫਸਟ ਕੁਐਸਚਨ ਉਹਨੂੰ ਇਹ ਸੀਗਾ ਵੀ ਇਜ਼ ਇਟ ਕੈਨੇਡਾ? ਤੇ ਉਹ ਹੈਰਾਨ ਹੋ ਗਿਆ ਦੇਖ ਕੇ ਵੀ ਕਹਿੰਦਾ ਤੁਸੀਂ ਕੌਣ? ਮੈਂ ਨਾ ਵੀ ਹੂ ਆਰ ਯੂ, ਵਾਟ ਆਰ ਯੂ ਡੂਇੰਗ ਹੀਅਰ? ਕਿਉਂਕਿ ਉਸ ਏਰੀਏ ਦੇ ਵਿੱਚ ਆਪਣੇ ਵਰਗੇ ਬੰਦੇ ਹੈ ਨਹੀਂ ਸੀ ਉਸ ਵੇਲੇ ਕੋਈ ਵੀ, ਹੈ ਨਾ। ਤੇ ਉਹਨੂੰ ਫਿਰ ਅਸੀਂ ਦੱਸਿਆ ਵੀ ਅਸੀਂ ਇੱਦਾਂ ਵੀ ਉੱਥੇ ਸ਼ਿਪ ਦੇ ਵਿੱਚ ਉਤਰੇ ਸੀਗੇ ਤੇ ਵੀ ਆਰ ਵੈਰੀ ਹੰਗਰੀ, ਵੀ ਡੋਂਟ ਹੈਵ ਵਾਟਰ, ਕੁਛ ਨਹੀਂ ਸੀ ਸਾਡੇ ਕੋਲ ਉਸ ਵੇਲੇ। ਤਾਂ ਹੀ ਇਜ਼ ਦਾ ਵਨ ਹੂ ਪਿਕ ਅਸ। ਅਸੀਂ 5 ਜਣਿਆਂ ਨੂੰ ਸਾਨੂੰ ਉਹਨੇ ਆਪਣੇ ਪਿੱਕੇ ਦੇ ਵਿੱਚ ਬਹਾਲ ਕੇ ਆਪਦੇ ਘਰੇ ਲੈ ਗਿਆ। ਹਾਂਜੀ, ਤੇ ਉੱਥੇ ਲਿਜਾ ਕੇ ਤਾਂ ਰਾਤ ਸੀ, ਰਾਤ ਨੂੰ ਤੜਕਾ ਜਿਹਾ ਸੀਗਾ ਉਸ ਵੇਲੇ ਜਦੋਂ ਅਸੀਂ ਗਏ ਤਾਂ ਉਹਨਾਂ ਨੇ ਫਿਰ ਆਪਣੀ ਉਹ ਫਰਿੱਜ ਖੋਲ੍ਹ ਦਿੱਤੀ ਤੇ ਜਿੰਨਾ ਕੁ ਉਹਨਾਂ ਦੇ ਮਫਨ ਵਗੈਰਾ ਜੋ ਕੁਛ ਸੀਗੇ ਉਹ ਸਾਨੂੰ ਦਿੱਤੇ ਖਾਣ ਨੂੰ, ਤੇ ਜੂਸ ਸੀ ਥੋੜ੍ਹਾ ਸਾਨੂੰ ਜੂਸ ਦਿੱਤਾ ਉਹਨਾਂ ਨੇ।
ਤੇ ਦੈਟਸ ਹਾਊ ਵੀ ਫਾਈਂਡ ਆਊਟ ਕਿ ਵੀ ਆਰ ਇਨ ਕੈਨੇਡਾ। ਸੋ ਤੁਹਾਨੂੰ ਯਾਦ ਆ ਉਹ ਪਰਸਨ ਦਾ ਨਾਮ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਸੀ? ਹਾਂਜੀ, ਬਰਨਨ ਮਨਲਾਉਨ ਉਹਦਾ ਨਾਮ ਸੀਗਾ। ਬਾਅਦ ਦੇ ਵਿੱਚ ਫਿਰ ਅਸੀਂ ਵੈਨਕੂਵਰ ਪ੍ਰੋਗਰਾਮ ਕਰਵਾਇਆ ਸੀ ਤਾਂ ਫਿਰ ਅਸੀਂ ਉਹਨਾਂ ਨੂੰ ਉੱਥੇ ਸੱਦਿਆ, ਉਹਨਾਂ ਨੂੰ ਤਾਂ ਉਹਨਾਂ ਦੀ ਵਾਈਫ ਨੂੰ ਫਿਰ ਅਸੀਂ ਸਨਮਾਨਿਤ ਕੀਤਾ। ਤੇ ਫਿਰ ਇੱਥੇ ਟੋਰਾਂਟੋ ਦੇ ਵਿੱਚ ਵੀ 2-4 ਪ੍ਰੋਗਰਾਮ ਇੱਦਾਂ ਦੇ ਹੋਏ ਆ ਜਿੱਥੇ ਫਿਰ ਅਸੀਂ ਉਹਨਾਂ ਦੀ ਕਮਿਊਨਿਟੀ ਨੂੰ, ਉਹਨਾਂ ਦੇ ਜਿਹੜੇ ਬੰਦਿਆਂ ਨੇ ਉੱਥੇ ਹੈਲਪ ਕੀਤੀ ਸੀ ਉਹਨਾਂ ਨੂੰ ਇੱਥੇ ਸੱਦਿਆ ਸੀ। 174 ਦੇ ਕਰੀਬ ਸੀ ਤੇ ਸਾਰੇ ਦੇ ਸਾਰੇ ਕੈਨੇਡਾ ਲੈਂਡ ਕੀਤੇ ਸੀ। ਰਾਸਤੇ ਵਿੱਚ ਕੋਈ ਬਿਮਾਰ ਹੋਇਆ ਤਾਂ ਫਿਰ ਕਿਵੇਂ ਸੰਭਾਲਿਆ ਗਿਆ? ਰਸਤੇ ਵਿੱਚ 1-2 ਬੰਦਿਆਂ ਨੂੰ ਸੀ ਜਿਹੜੀ ਉਲਟੀਆਂ ਨਾ ਪਚਣਾ ਉਹ ਨੋਰਮਲ ਆ। ਹਰ ਕੋਈ ਦੀ ਜਿਹੜੀ ਬੋਡੀ ਆ ਵੱਖਰੀ ਵੱਖਰੀ ਹੈ। ਕੋਈ ਸਾਇਲੈਂਟ ਦਾ ਸ਼ਿਪ ਨੇ ਪਾਣੀ ਦੇ ਵਿੱਚ ਕਦੀ ਰੋਲਿੰਗ ਕਰਨੀ ਕਦੀ ਸੋਲਿੰਗ ਕਰਨੀ। ਇੱਕ ਸ਼ਿਪ ਛੋਟਾ ਬਹੁਤ ਸੀ, ਉਹ ਸਾਰਾ ਕੋਈ 1000 ਟਨ ਦਾ ਸ਼ਿਪ ਸੀਗਾ ਅਤੇ ਸੀਗਾ 30 ਸਾਲ ਪੁਰਾਣਾ, 30-35 ਸਾਲ ਪੁਰਾਣਾ। ਇਸ ਕਰਕੇ ਦਿੱਕਤ ਵਿੱਚ ਆਉਣੀ ਸੀ ਉਹਦੇ ਵਿੱਚ ਸਾਰਾ, ਅਤੇ ਸਭ ਕੁਝ ਹੀ ਪੁਰਾਣਾ ਸਮਾਨ ਸੀ ਉਹਦੇ ਵਿੱਚ। ਫਿਰ ਵੀ ਰੱਬ ਦਾ ਮਿਹਰ ਹੈ ਇੱਥੇ ਤੱਕ ਪਹੁੰਚ ਗਏ। ਕਿ ਇਹ ਤਾਂ ਨਹੀਂ ਸੀ ਕਿ ਓਵਰ ਕਪੈਸਿਟੀ ਹੋ ਗਿਆ ਸੀ ਜਾਂ ਕੁਛ ਇੱਦਾਂ ਆ? ਜਿਵੇਂ ਮੈਂ ਹੁਣੀ ਗੱਲ ਕਰ ਰਹੀ ਸੀ ਕਿ ਕਿਹਾ ਗਿਆ ਸੀ ਵੀ ਜਿੰਨੇ ਸ਼ਿਪ 'ਚ ਆਉਂਦੇ ਆ ਜਾਵੋ ਬਸ। ਸ਼ਿਪ ਦੇ ਜਿਹੜਾ ਭਾਰ ਆ ਬੰਦਿਆਂ ਦਾ ਇੰਨਾ ਤਾਂ ਨਹੀਂ ਸੀਗਾ। ਸ਼ਿਪ ਦੇ ਵਿੱਚ ਬੰਦੇ ਤਾਂ ਜਿੰਨੇ ਮਰਜ਼ੀ ਚੱਕ ਲਓ, ਕਾਰਗੋ ਹੀ ਉਹਦੇ ਵਿੱਚ ਬਹੁਤ ਲੱਦ ਹੋ ਜਾਂਦਾ। ਇਹ ਤਾਂ ਨੋਰਮਲ ਸੀ ਵੀ ਸ਼ਾਇਦ ਇਹਦੇ ਵਿੱਚ 100 ਬੰਦਾ ਹੋਰ ਵੀ ਹੁੰਦਾ, ਪਰ ਖਾਣੇ ਪੀਣ ਵਾਸਤੇ ਚੀਜ਼ਾਂ ਚਾਹੀਦੀਆਂ ਵਿੱਚ। ਸੋ ਜਿਵੇਂ ਇਹਨਾਂ ਨੇ ਕਿਹਾ ਕਿ ਖਾਣ ਪੀਣ ਦਾ ਵੀ ਕਾਫੀ ਤੰਗੀਆਂ ਆਈਆਂ ਸੀ। ਜਿਹੜੇ ਏਜੰਟ ਸੀਗੇ ਉਹ ਕਿਸ ਤਰੀਕੇ ਦੇ ਸੀਗੇ? ਕੀ ਰਿਲਾਇਬਲ ਸੀਗੇ ਜਾਂ ਉਦੋਂ ਲੱਗਿਆ ਸੀ ਵੀ ਪਤਾ ਨਹੀਂ ਵੀ ਹੁਣ ਕਿਹਨਾਂ ਦੇ ਹੱਥ 'ਚ ਅਸੀਂ ਆਪਣੀ ਜ਼ਿੰਦਗੀ ਫੜਾ ਕੇ ਅੱਗੇ ਲੰਘਣ ਲੱਗੇ ਹਾਂ? ਸੋ ਕਿਵੇਂ ਸ਼ੁਰੂਆਤ ਹੋਈ ਸੀ ਟ੍ਰਿਪ ਦੀ ਤੇ ਉਸ ਵੇਲੇ ਕੀ ਤੁਹਾਨੂੰ ਇਹ ਯਕੀਨ ਦਿਵਾਇਆ ਗਿਆ ਸੀ ਵੀ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਅਸੀਂ ਪਹੁੰਚਾਵਾਂਗੇ? ਦੇਖੋ ਜਿਹੜੇ ਚੱਲੇ ਆ ਉੱਥੋਂ ਇਹ ਤਾਂ ਦੇਖ ਲਿਆ ਸੀ ਕਿ ਬੰਦੇ ਠੀਕ ਲੱਗਦੇ ਆ ਅਤੇ ਚੱਲੇ ਆ ਠੀਕ ਠਾਕ। ਉੱਥੋਂ ਜੋ ਸ਼ੁਰੂ ਹੋਈ ਹੈ ਜਰਨੀ ਇੱਥੇ ਤੱਕ ਪਹੁੰਚਦਿਆਂ ਨੂੰ ਥੋੜ੍ਹੀ ਵਾਲੀ ਤਾਂ ਰੁਕਾਵਟ ਆਉਂਦੀ ਆ ਕਿ ਰਸਤਾ ਬਹੁਤ ਜ਼ਿਆਦਾ ਲੰਬਾ ਸੀ, ਛੋਟਾ ਸ਼ਿਪ ਸੀ ਅਤੇ ਤੁਰੇ ਗਏ ਆ। ਰੱਬ ਦੀ ਮਿਹਰ ਹੀ ਆ, ਵਾਲਾ ਇੰਨਾ ਸਮੁੰਦਰ ਵੀ ਖਰਾਬ ਨਹੀਂ ਹੋਇਆ ਜਿੰਨਾ ਕੁ ਹੁੰਦਾ ਆ। ਅਟਲਾਂਟਿਕ ਓਸ਼ਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤੂਫਾਨ ਵੀ ਕਾਫੀ ਆਉਂਦੇ ਹੁੰਦੇ, ਪਰ ਇਹ ਕਿ ਸਾਡਾ ਸਫ਼ਰ ਤਕਰੀਬਨ ਠੀਕ ਹੀ ਰਿਹਾ, ਇੰਨਾ ਮਾੜਾ ਤਾਂ ਨਹੀਂ ਮੈਂ ਕਹਿ ਸਕਦਾ ਕਿ ਫਿਰ ਵੀ ਠੀਕ ਹੀ ਰਿਹਾ। ਸੋ ਪਹਿਲਾਂ ਵੀ ਸੁਣਿਆ ਹੋਣਾ ਵੀ ਇੱਦਾਂ ਕਿਸ਼ਤੀਆਂ ਦੇ ਵਿੱਚ ਜਾਂ ਜਹਾਜ਼ਾਂ 'ਚ ਜਾ ਰਹੇ ਨੇ ਲੋਕ ਉੱਥੇ ਅਤੇ ਰਾਸਤੇ ਵਿੱਚ ਕਈ ਵਾਰੀ ਇੰਸੀਡੈਂਟਸ ਹੋ ਰਹੇ ਆ। ਜਦੋਂ ਤੁਹਾਡੀ ਵਾਰੀ ਆਈ ਸੀ ਉਦੋਂ ਕੁਝ ਹੋ ਰਿਹਾ ਸੀਗਾ ਵੀ ਅਸੀਂ ਚੱਲੇ ਤਾਂ ਹੈਗੇ ਆ ਵੀ ਪਤਾ ਨਹੀਂ ਅੱਗੇ ਜਾ ਕੇ ਕੀ ਹੋਊਗਾ, ਜਾਂ ਆਪਸ ਵਿੱਚ ਜਦੋਂ ਗੱਲਬਾਤ ਕਰਦੇ ਸੀ ਵੀ ਕੈਨੇਡਾ ਜਾ ਕੇ ਪਹਿਲੀ ਚੀਜ਼ ਕੀ ਕਰਨੀ ਆ? ਨਹੀਂ ਜੀ, ਉਸ ਟਾਈਮ ਦੇ ਉੱਤੇ ਉਮਰ ਹੀ ਇੱਦਾਂ ਦੀ ਸੀਗੀ, ਕੋਈ ਸੋਚਣ ਦੀ ਜ਼ਰੂਰਤ ਹੀ ਨਹੀਂ ਸਮਝੇ, ਬਸ ਕੈਨੇਡਾ ਹੀ ਚੱਲੀ। ਬਸ ਇਹ ਸੀ ਕਿ ਹੁਣ ਇੱਥੋਂ ਨਿਕਲ ਕੇ ਕੈਨੇਡਾ ਨੂੰ ਜਾ ਰਹੇ ਹਾਂ। ਬਸ ਹੁਣ ਗਾਂਹ ਫਿਰ ਉੱਪਰ ਵਾਲੇ ਦੇ ਸੀ ਮਿਹਰ ਕਿੱਥੇ ਤੱਕ ਪਹੁੰਚਾ ਦਿੱਤਾ ਉਹਨੇ। ਸਰ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਏਜੰਟ ਕਾਫੀ ਤੁਹਾਨੂੰ ਲੱਗਿਆ ਸੀ ਕਿ ਡੀਸੈਂਟ ਹੈਗਾ ਅਤੇ ਉਹਨਾਂ ਨੇ ਵੀ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਡੀਲ ਕੀਤਾ, ਅਤੇ ਵੀ ਉਹ ਮੈਂ ਥੋੜ੍ਹਾ ਜਿਹਾ ਐਕਸਪੀਰੀਅੰਸ ਜ਼ਰੂਰ ਜਾਣਨਾ ਚਾਹੁੰਦੀ। ਤੁਸੀਂ ਕਿਹਾ ਸੀ ਕਿ ਸ਼ੁਰੂਆਤ ਵੀ ਸਾਡੀ ਜਦੋਂ ਹੋਈ ਆ ਤਾਂ ਅਰਦਾਸ ਦੇ ਨਾਲ ਉੱਥੋਂ ਸਾਨੂੰ ਜਿਹੜਾ ਅਰਦਾਸ ਕਰਕੇ ਤੋਰਿਆ ਗਿਆ। ਹਾਂਜੀ, ਇਹ ਇੱਦਾਂ ਸੀਗਾ ਵੀ ਕਾਫੀ ਸਪੋਰਟਿਵ ਸੀਗੇ ਸਾਡੇ, ਕਾਫੀ ਹੈਲਪ ਦੇ ਤੌਰ 'ਤੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਤਰੀਕੇ ਨਾਲ ਹੈਲਪ ਕੀਤੀ ਹੈਗੀ ਆ ਕਿ ਤੁਸੀਂ ਹੈ ਨਾ, ਜਿੱਦਾਂ ਹੁਣ ਪੈਸੇ ਸੀਗੇ ਵੀ ਪੈਸੇ ਕਿਸੇ ਕੋਲ ਥੋੜ੍ਹੇ ਸੀ, ਕਿਸੇ ਕੋਲ ਹਾਲੇ ਹੈ ਹੀ ਨਹੀਂ ਸੀਗੇ, ਅਤੇ ਉਹਨਾਂ ਨੇ ਇੱਦਾਂ ਨਹੀਂ ਵੀ ਹਾਂ ਹੈਵ ਟੂ ਹੈਵ ਇੰਨੇ ਪੈਸੇ ਦਿਓ ਤਾਂ ਤੁਹਾਨੂੰ ਅਸੀਂ ਚੜ੍ਹਨ ਦੇਣਾ। ਉਹਨਾਂ ਦਾ ਇਹ ਸੀਗਾ ਵੀ ਤੁਸੀਂ ਆ ਜਾਓ, ਤੁਸੀਂ ਪੈਸੇ ਉੱਥੇ ਜਾ ਕੇ ਦੇ ਦਿਓ, ਹੈ ਨਾ। ਅਤੇ ਕਈਆਂ ਨੇ ਹੁਣ ਉੱਥੇ ਇਹ ਸੀਗਾ ਵੀ ਤੁਸੀਂ ਪੈਸੇ ਜਿਹੜੇ ਆ ਉਹ ਜਦੋਂ ਪਹੁੰਚੋਗੇ ਉਹ ਤੁਸੀਂ ਕਿਸੇ ਹੋਰ ਤੋਂ, ਜਿੱਦਾਂ ਹੁਣ ਕਿਸੇ ਦੇ ਰਿਸ਼ਤੇਦਾਰ ਸੀ, ਕੋਈ ਇੰਗਲੈਂਡ 'ਚ ਸੀ, ਕੋਈ ਕਿਤੇ ਸੀ, ਉਹਨਾਂ ਨੂੰ ਉਸ ਹਿਸਾਬ ਦੇ ਨਾਲ ਉਹਨਾਂ ਨਾਲ ਗੱਲ ਕਰਾ ਕੇ ਵੀ ਅਸੀਂ ਜਦੋਂ ਪਹੁੰਚ ਜਾਵਾਂਗੇ ਉਦੋਂ ਪੈਸੇ ਦੇ ਦਿਓ, ਅਤੇ ਬਹੁਤਿਆਂ ਨੇ ਉਸ ਵੇਲੇ ਪੈਸੇ ਦਿੱਤੇ ਆ। ਸੋ ਇਸ ਕਰਕੇ ਦੇ ਆਰ ਵੈਰੀ ਹੈਲਪਫੁਲ, ਕਾਫੀ ਸਾਡੇ ਨਾਲ ਤਾਂ ਬਹੁਤ ਠੀਕ ਠਾਕ ਰਹੇ ਉਹ। ਤੁਹਾਨੂੰ ਪੂਰਾ ਗਾਈਡ ਕੀਤਾ ਗਿਆ ਸੀ ਵੀ ਜਦੋਂ ਤੁਸੀਂ ਉੱਥੇ ਉਤਰੋਗੇ ਤਾਂ ਪਹਿਲੀ ਚੀਜ਼ ਤੁਸੀਂ ਕੀ ਕਰਨੀ ਆ, ਜਾਂ ਤੁਸੀਂ ਉੱਥੇ ਆਪਣੀ ਮਿਲਟਰੀ ਜੇ ਤੁਹਾਨੂੰ ਫੜਦੀ ਆ ਤਾਂ ਕੀ ਸਵਾਲ ਜਵਾਬ ਹੋਣਗੇ, ਤੁਹਾਨੂੰ ਇਹਦੇ ਲਈ ਪ੍ਰੀਪੇਅਰ ਕੀਤਾ ਗਿਆ ਸੀ ਪਹਿਲਾਂ ਹੀ? ਨਹੀਂ, ਇਸ ਬਾਰੇ ਨਹੀਂ ਸੀ ਸਾਨੂੰ ਪਤਾ ਵੀ ਹੋਣਾ ਕੀ ਆ ਉੱਥੇ ਜਾ ਕੇ, ਹੈ ਨਾ। ਇੰਨਾ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਉਹਨੂੰ ਪੋਰਟ 'ਤੇ ਨਹੀਂ ਲਾਉਣਾ ਸ਼ਿਪ, ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਸ਼ਿਪ ਦੇ ਵਿੱਚ ਇੰਨਾ ਜ਼ਿਆਦਾ ਚਲੋ ਵੀ ਡਿਫੀਕਲਟੀ ਹੋਣੀ ਆ, ਜਾਂ ਇੰਨਾ ਜ਼ਿਆਦਾ ਉਹ ਸ਼ਿਪ ਜਿਹੜਾ ਆ ਵੀ ਨਹੀਂ ਇੰਨਾ ਵਧੀਆ ਹੋਊਗਾ, ਹੈ ਨਾ। ਅਤੇ ਇਹ ਵੀ ਨਹੀਂ ਸੀ ਪਤਾ ਵੀ ਹਾਂ ਵੀ ਉੱਥੇ ਥੱਲੇ ਜਿਹੜੀਆਂ ਉਹ ਪਰਾਲੀ ਵਿਛਾ ਕੇ ਅਤੇ ਉੱਤੇ ਚਾਦਰਾਂ ਵਿਛਾ ਕੇ ਅਤੇ ਉਹਦੇ 'ਤੇ ਤਰਪਾਲ 'ਤੇ ਸੌਣਾ ਹੈਗਾ, ਹੈ ਨਾ। ਅਤੇ ਮਤਲਬ ਉਸ ਵੇਲੇ ਜਦੋਂ ਅਸੀਂ ਆਏ ਹਾਂ ਤਾਂ ਸਾਨੂੰ ਸ਼ਿਪ ਦੀ ਕੰਡੀਸ਼ਨ
ਤੇ ਰਸਤੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਤੇ ਇੱਥੇ ਉਤਰ ਕੇ ਕੀ ਹੋਣਾ ਉਸ ਬਾਰੇ ਸਾਨੂੰ ਬਿਲਕੁਲ ਨਹੀਂ ਸੀ ਪਤਾ, ਹੈ ਨਾ, ਵੀ ਕੀ ਹੋਣਾ। ਉਦੋਂ ਤਾਂ ਇਹ ਲੱਗਦਾ ਸੀਗਾ ਵੀ ਹਾਂ ਵੀ ਸਾਨੂੰ ਇੱਥੋਂ ਉਹਨਾਂ ਨੇ ਚੜਾ ਲੈਣਾ ਆ, ਉੱਥੇ ਜਾ ਕੇ ਸਾਨੂੰ ਪੋਰਟ ਤੇ ਲਾਉਣਗੇ, ਫਿਰ ਸਾਨੂੰ ਕਿਤੇ ਨਾ ਕਿਤੇ ਕਿਸੇ ਜਗ੍ਹਾ ਦੇ ਉੱਤੇ ਸਾਨੂੰ ਉਹ ਛੱਡਣਗੇ, ਪਰ ਇਸ ਤਰ੍ਹਾਂ ਹੋਇਆ ਨਹੀਂ। ਕੋਈ ਬੱਚੇ ਵਗੈਰਾ ਵੀ ਸੀ ਨਾਲ ਜਾਂ ਸਿਰਫ ਸਾਰੇ ਯੰਗ ਹੀ ਸੀਗੇ ਜਾਂ ਫੈਮਲੀਜ਼ ਕੋਈ ਹੈਗੀਆਂ ਸੀ? ਨਹੀਂ, ਸਾਰੇ ਅਡਲਟ ਹੀ ਸੀ। ਹਾਂਜੀ, ਸਾਰੇ ਅਡਲਟ। ਸਰ ਜਿਵੇਂ ਹੁਣੇ ਆਪਾਂ ਐਕਸਪੀਰੀਅੰਸ ਸੁਣ ਰਹੇ ਹਾਂ, ਤੁਹਾਡਾ ਮੈਂ ਨਿੱਜੀ ਤਜਰਬਾ ਜਾਣਨਾ ਚਾਹੂੰਗੀ ਕਿ ਉਸ ਦੌਰਾਨ ਕੀ ਕਰਦੇ ਸੀ, ਕੀ ਨਿਤਨੇਮ ਵੀ ਹੁੰਦਾ ਸੀਗਾ ਜਾਂ ਇਹ ਵੀ ਹੁੰਦਾ ਸੀਗਾ ਵੀ ਪਤਾ ਨਹੀਂ ਕਦੋਂ ਜਾ ਕੇ ਕਿਨਾਰੇ ਤੇ ਲੱਗਾਂਗੇ? ਨਿਤਨੇਮ 2 ਟਾਈਮ ਹੁੰਦਾ ਸੀਗਾ ਜੀ, ਸਵੇਰੇ ਤੇ ਸ਼ਾਮੀ, ਤੇ 20-25 ਸਿੰਘ ਸੀਗੇ ਵਿੱਚ ਜਿਹੜੇ ਮਤਲਬ ਲੰਗਰ ਪਾਣੀ ਵੀ ਉਹੀ ਤਿਆਰ ਕਰਦੇ ਸੀ ਸਾਰਾ ਕੁਛ। ਹਾਂਜੀ। ਸੋ ਜਦੋਂ ਇੱਥੇ ਪਹੁੰਚੇ ਹੋ, ਉਤਰੇ ਹੋ, ਤੇ ਮਿਲਟਰੀ ਦੇ ਨਾਲ ਫਿਰ ਕਿਵੇਂ ਵਾਸਤਾ ਪਿਆ? ਉੱਥੇ ਕਿਵੇਂ ਪਤਾ ਲੱਗਿਆ ਕਿ ਇੱਦਾਂ ਕੋਈ ਸ਼ਿਪ ਦੇ ਵਿੱਚੋਂ ਦੀ ਲੈਂਡ ਕੀਤੇ ਨੇ, ਤੇ ਕਿਵੇਂ ਉਹਨਾਂ ਨੇ ਆ ਕੇ ਤੁਹਾਡੇ ਨਾਲ ਕੰਟੈਕਟ ਕੀਤਾ? ਅਸੀਂ ਜਦੋਂ ਉੱਥੇ ਮਿਸਟਰ ਮਲੋਨ ਦੇ ਘਰ ਬੈਠੇ ਸੀ, ਉੱਥੇ ਫਰਾਜ਼ CMP ਨੇ ਆ ਕੇ ਰਾਉਂਡ ਅਪ ਕਰਕੇ ਉਹਨਾਂ ਨੇ ਸਾਨੂੰ ਲੈ ਗਏ ਆਪਣਾ ਫਾਇਰ ਹਾਲ ਸੀਗਾ, ਉੱਥੇ ਲਿਜਾ ਕੇ ਉਹਨਾਂ ਨੇ ਬ੍ਰੇਕਫਾਸਟ ਵਗੈਰਾ ਕਰਾਇਆ। ਉਦੋਂ ਬਾਅਦ 'ਚ ਫਿਰ ਬੱਸਾਂ 'ਚ ਸਾਨੂੰ ਮਿਲਟਰੀ ਬੇਸ ਦੇ ਵਿੱਚ ਲੈ ਗਏ ਹੈਲੀਫੈਕਸ, ਤੇ ਉੱਥੇ ਮਤਲਬ ਉਹਨਾਂ ਨੇ ਡਾਕਟਰੀ ਵਗੈਰਾ ਕਰਕੇ ਉਦੋਂ ਬਾਅਦ 'ਚ ਫਿਰ ਸਾਨੂੰ ਨਹਾਉਣ ਨੂੰ ਉਹਨਾਂ ਨੇ ਪ੍ਰਬੰਧ ਕੀਤਾ। ਕੋਈ ਕਿਸੇ ਕੋਲ ਕੋਈ ਟਿਕਾਣਾ ਹੈਗਾ ਸੀਗਾ ਵੀ ਫਲਾਣੇ ਨੇ ਵੀ ਹਾਂ ਮੇਰਾ ਕੋਈ ਇੱਥੇ ਕੈਨੇਡਾ 'ਚ ਫਲਾਣਾ ਬੰਦਾ ਰਹਿੰਦਾ ਹੈ ਵੀ ਮੈਂ ਉਹਦੇ ਕੋਲ ਜਾਣਾ ਆ, ਜਾਂ ਕੁਛ ਐਦਾਂ, ਜਾਂ ਵੀ ਐਦਾਂ ਹੀ ਸੀਗਾ ਅਣਜਾਣ ਕੇ ਮੈਨੂੰ ਨਹੀਂ ਪਤਾ ਅੱਗੇ ਜਾ ਕੇ ਕਿੱਥੇ ਜਾਣਾ ਹੈ, ਪਰ ਇੱਕ ਵਾਰੀ ਬਸ ਉਤਰ ਰਹੇ ਹਾਂ? ਨਹੀਂ, ਬਹੁਤਿਆਂ ਦੇ ਹੈਗੇ ਸੀ, ਪਰ ਜਿਵੇਂ ਹੁਣ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀਗਾ ਇੱਥੇ, ਤੇ ਮੇਰੇ ਨਾਲ ਹੋਰ ਸੀਗੇ 4-5 ਜਣੇ। ਅਸੀਂ ਮਤਲਬ ਸਾਡੇ ਏਰੀਆ ਦੇ ਬੰਦੇ ਹੈ ਨਹੀਂ ਸੀ ਇੱਥੇ, ਇਸ ਕਰਕੇ। ਸੋ ਸਾਰੇ ਗਰੁੱਪ ਨੂੰ RCMP ਨੇ ਫੜਿਆ ਸੀ ਜਾਂ ਵਿੱਚ ਦੀ ਕੋਈ ਚਲੇ ਵੀ ਗਏ ਸੀ, ਬਚ ਵੀ ਗਏ ਸੀ? ਨਹੀਂ, ਸਾਰੇ ਉੱਥੇ ਹੀ ਸੀਗੇ, ਸਾਰੇ ਇਕੱਠੇ ਹੀ ਆਏ ਮਿਲਟਰੀ ਬੇਸ ਤੇ। ਸੋ ਕਿੰਨੀ ਦੇਰ ਤੱਕ ਉਹਨਾਂ ਨੇ ਤੁਹਾਨੂੰ ਰੱਖਿਆ? ਮਿਲਟਰੀ ਬੇਸ ਸਾਨੂੰ ਤਕਰੀਬਨ 2 ਵੀਕਾਂ ਰੱਖਿਆ। ਹਾਂ, 2 ਵੀਕਾਂ ਤੋਂ ਵੱਧ। ਉੱਥੇ ਫਿਰ ਜਿਹੜੇ ਜਿੰਨੇ ਵੀ ਗੁਰਦੁਆਰਾ ਸਾਹਿਬ ਸੀਗੇ ਕੈਨੇਡਾ ਦੇ, ਉਹਨਾਂ ਨੇ ਜ਼ਮਾਨਤਾਂ ਵਗੈਰਾ ਭਰੀਆਂ, ਉਹਨਾਂ ਨੇ ਬੱਸਾਂ ਦਾ ਅਰੇਂਜਮੈਂਟ ਕੀਤਾ। ਉਹਦੇ ਵਿੱਚੋਂ ਜਿਵੇਂ 90 ਬੰਦੇ ਟੋਰਾਂਟੋ ਆ ਗਏ ਸੀ, ਬਾਕੀ ਜਿਹੜੇ 174 'ਚੋਂ ਉਹ ਵੈਨਕੂਵਰ ਚਲੇ ਗਏ ਸੀਗੇ। ਸੋ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ, ਤਾਂ ਜ਼ਮਾਨਤਾਂ ਵਿੱਚ ਜਿਵੇਂ ਸਰ ਕਹਿ ਰਹੇ ਸੀ ਕੁਝ ਗੋਰੇ ਵੀ ਸੀ ਜਿਨ੍ਹਾਂ ਨੇ ਜ਼ਮਾਨਤਾਂ ਭਰੀਆਂ ਨੇ? ਗੋਰਿਆਂ ਦਾ ਮੈਨੂੰ ਨਹੀਂ ਵੈਸੇ ਨੌਲੇਜ ਹੈਗੀ, ਪਰ ਮੋਸਟਲੀ ਸਿੱਖ ਪਰਿਵਾਰਾਂ ਨੇ ਜ਼ਮਾਨਤਾਂ ਦਿੱਤੀਆਂ। ਹਾਂ। ਸੋ ਕਿਸੇ ਨਾਲ ਜਾਣ ਪਛਾਣ ਵੀ ਸੀ ਕਿ ਉਹਨਾਂ ਨੇ ਆਪਣੇ ਵੱਲੋਂ? ਕਿਸੇ ਦੇ ਨਾਲ ਕੋਈ ਜਾਣ ਪਛਾਣ ਨਹੀਂ ਸੀ। ਹੁਣ ਜਿਵੇਂ ਮੇਰੀ ਜ਼ਮਾਨਤ ਦਿੱਤੀ ਸੀ, ਮੋਗੇ ਦਾ ਸੀਗਾ ਸਿੰਘ, ਉਹਨੇ ਮੇਰੀ ਜ਼ਮਾਨਤ ਦਿੱਤੀ। ਐਦਾਂ ਹੀ ਮਤਲਬ ਵੱਖਰੇ ਵੱਖਰੇ ਸੀਗੇ ਲੋਕੀ ਜਿਹੜੇ। ਸੋ ਉਹਨਾਂ ਨਾਲ ਮੁੜ ਕੇ ਰਾਬਤਾ ਕਾਇਮ ਕੀਤਾ? ਹਾਂ, ਮੇਰੇ ਨਾਲ ਉਹਦਾ ਰਾਬਤਾ ਰਿਹਾ। ਉਹਨਾਂ ਦੀ ਡੈਥ ਹੋ ਗਈ ਆ ਹੁਣ, ਤੇ ਹੁਣ ਤੱਕ ਮਿਲਦੇ ਰਹੇ ਉਹਨਾਂ ਨੂੰ। ਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਨਾਲ ਪਹਿਲੀ ਵਾਰੀ ਚਿੱਠੀ ਭੇਜੀ ਜਾਂ ਉਹਨਾਂ ਦੀ ਚਿੱਠੀ ਆਈ, ਫਿਰ ਕੀ ਦੱਸਿਆ ਸੀ ਚਿੱਠੀ 'ਚ? ਪਹਿਲੀ ਚਿੱਠੀ 'ਚ ਕੀ ਲਿਖਿਆ? Are you okay? ਚਿੱਠੀ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ। ਤੇ ਫਿਰ ਕੀ ਉਹਨਾਂ ਨੇ ਕਿੱਥੇ ਚਿੱਠੀ ਭੇਜੀ? ਤੁਸੀਂ ਕਿਵੇਂ ਚਿੱਠੀ ਭੇਜੀ ਕਿ ਵੀ ਮੈਂ ਸਹੀ ਸਲਾਮਤ ਪਹੁੰਚ ਗਿਆ ਮੈਂ ਇੱਥੇ? ਕਿਵੇਂ ਆਪਣੀ ਸੁੱਖ ਸਾਂਦ ਦੱਸੀ? ਤੇ ਮੇਰੇ ਐਕਚੁਅਲੀ ਦੋਸਤ ਸੀਗੇ, ਰਣਜੀਤ ਸਿੰਘ ਵਾਲੀਆ ਮਿਨਿਸਟਰ ਹੁੰਦੇ ਸੀ ਅਕਾਲੀ ਗੌਰਮੈਂਟ ਦੇ ਵਿੱਚ। ਉਹ ਕੁਦਰਤੀ ਇੱਥੇ ਆਏ ਹੋਏ ਸੀਗੇ ਵੈਨਕੂਵਰ, ਉਹਦਾ ਨਾਲ ਬ੍ਰਦਰ ਆ। ਉਹਨਾਂ ਦੇ ਥਰੂ ਮੇਰੇ ਘਰੇ ਸੁਨੇਹਾ ਲੱਗ ਗਿਆ ਸੀਗਾ। ਤੁਹਾਡੀ ਪਹਿਲੀ ਵਾਰ ਕਦੋਂ ਉਹਨਾਂ ਨਾਲ ਫਿਰ ਗੱਲਬਾਤ? ਕਾਫੀ ਦੇਰ ਬਾਅਦ ਹੋਈ। ਹਾਂ, ਉਦੋਂ ਐਡਾ ਫੋਨ ਦਾ ਵੀ ਕਮਿਊਨੀਕੇਸ਼ਨ ਹੈ ਨਹੀਂ ਸੀ। ਸੋ ਉਸ ਤੋਂ ਬਾਅਦ ਪਹਿਲਾ ਕੰਮ ਕਿਹੜਾ ਸ਼ੁਰੂ ਕੀਤਾ? ਪਹਿਲਾਂ ਫੈਕਟਰੀ ਦੇ ਵਿੱਚ। ਹਾਂਜੀ। ਤੇ ਕਿਵੇਂ ਦਾ ਰਿਹਾ ਇਹ ਪੂਰਾ ਤਜਰਬਾ? ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਕਹਿੰਦੇ ਨੇ ਕਿ ਇੱਥੇ ਆ ਗਏ ਹਾਂ ਅਸੀਂ, ਵਸ ਗਏ ਹਾਂ, ਆਪਣੇ ਅਧਿਕਾਰਾਂ ਦੀ ਹੁਣ ਤਾਂ ਬਹੁਤ ਗੱਲਾਂ ਕਰਦੇ ਆ ਵੀ ਕੈਨੇਡਾ ਨੇ ਸਾਨੂੰ ਅਧਿਕਾਰ ਦਿੱਤੇ ਆ, ਪਰ ਸਟਰਗਲ ਜੋ ਐਕਚੁਅਲ 'ਚ ਤੁਸੀਂ ਲੋਕਾਂ ਨੇ ਵੇਖਿਆ ਵਾ ਉਹ ਕੋਈ ਵੀ ਨਹੀਂ ਜਾਣਦਾ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਸਟਰਗਲ ਕਿੰਨਾ ਕੁ ਰਿਹਾ ਵੀ ਦਸਤਾਰਧਾਰੀ ਉਸ ਟਾਈਮ 'ਚ ਉੱਥੇ ਪਹੁੰਚ ਰਿਹਾ, ਉਸ ਏਰੀਆ 'ਚ ਜਿੱਥੇ ਕਦੇ ਲੋਕਾਂ ਨੇ ਕਦੇ ਦਸਤਾਰਧਾਰੀ ਵੇਖੀ ਨਹੀਂ? ਨਹੀਂ, ਮੈਂ ਤਾਂ ਉਦੋਂ ਕਲੀਨ ਸ਼ੇਵ ਹੀ ਸੀਗਾ। ਹਾਂਜੀ, ਮੈਂ ਇੱਥੇ ਆ ਕੇ ਬਾਅਦ 'ਚ ਦਾੜੀ ਕੇਸ ਰੱਖੇ ਆ। ਪਹਿਲਾਂ ਫੈਕਟਰੀ ਦੇ ਵਿੱਚ ਕੰਮ ਕੀਤਾ, ਟੈਕਸੀ ਚਲਾਈ, ਟਰੱਕ ਚਲਾਇਆ। ਮੈਂ ਕੰਪਨੀ ਰਨ ਕੀਤੀ ਆ। ਕਰੋਨਾ ਤੋਂ ਪਹਿਲਾਂ ਮੈਂ ਕੰਪਨੀ ਸੋਲਡ ਕਰ ਦਿੱਤੀ ਸੀਗੀ, ਟਰੱਕਿੰਗ ਕੰਪਨੀ। ਹਾਂਜੀ। ਤੇ ਜੇ ਉਸ ਤੋਂ ਬਾਅਦ ਤੁਹਾਨੂੰ ਕਦੇ ਕਿਸੇ ਨੇ ਪੁੱਛਿਆ, ਕਿਸੇ ਨੇ ਗਾਈਡੈਂਸ ਲੈਣ ਦੀ ਕੋਸ਼ਿਸ਼ ਕੀਤੀ ਤੁਹਾਡੇ ਪਿੰਡ 'ਚੋਂ, ਜਾਂ ਵੀ ਅਸੀਂ ਵੀ ਆਉਣਾ ਚਾਹੁੰਦੇ ਹਾਂ ਕਿ ਅਸੀਂ ਵੀ ਇਸ ਰਸਤੇ ਤੋਂ ਆ ਜਾਈਏ? ਫਿਰ ਕਦੇ ਕਿਸੇ ਨੂੰ ਕਿਹਾ ਵਾ ਵੀ ਕਿਵੇਂ ਕੋਈ ਗਾਈਡ? ਨਹੀਂ, ਪੁੱਛਦੇ ਆ। ਅਸੀਂ ਤਾਂ ਹੁਣ ਵੀ ਰੋਕੀਦਾ ਵੀ ਜਿਹੜਾ ਗਲਤ ਤਰੀਕੇ ਨਾਲ ਨਾ ਆਓ। ਹੁਣ ਈਜੀ ਵੇ ਆ, ਤੁਸੀਂ ਐਜ਼ ਅ ਸਟੂਡੈਂਟ ਆ ਸਕਦੇ ਹੋ।
ਸੋ ਉਂਝ ਮੈਂ ਗੱਲ ਕਰਾਂ ਤਾਂ ਏਜੰਟ ਨੇ ਜਿਵੇਂ ਤਾਂ ਪਹਿਲਾਂ ਤੁਸੀਂ ਦੱਸਿਆ ਸੀ ਕਿ ਅਲੱਗ-ਅਲੱਗ ਹਰੇਕ ਤੋਂ ਪੈਸੇ ਲਏ ਆ, ਉਂਝ ਕਿੰਨੇ ਕੁ ਪੈਸੇ ਲੱਗੇ ਸੀਗੇ ਇੱਥੇ ਤੱਕ ਪਹੁੰਚਣ ਲਈ, ਕਿੰਨੇ ਕੁ 'ਚ ਡੀਲ ਹੋਈ ਸੀ? ਐਵਰੇਜ ਜਿਹੜੀ 3000 ਤੋਂ ਲੈ ਕੇ 6-7000 ਤੱਕ ਸੀਗਾ। ਕਿਸੇ ਦਾ 3000 ਸੀ, ਜਿਵੇਂ ਅਸੀਂ 4-5 ਜਣੇ ਸੀਗੇ, ਅਸੀਂ $3,000 ਦਿੱਤਾ। $3,000 ਕੈਨੇਡੀਅਨ ਡਾਲਰ, US ਡਾਲਰ। ਹਾਂਜੀ। ਸੋ ਚਲੋ ਜੀ, ਇਹ ਤਾਂ ਇਹਨਾਂ ਦੀ ਅਸੀਂ ਗੱਲਬਾਤ ਕਰ ਸੀ। ਸਰ ਥੋੜੀ ਜਿਹੀ ਹੁਣ ਤੁਸੀਂ ਰਹਿੰਦੇ ਹੋ, ਤੁਹਾਡੇ ਨਾਲ ਮੇਰੀ ਗੱਲ ਨਹੀਂ ਹੋਈ, ਨਹੀਂ 2 ਮਿੰਟ ਲਈ ਬਸ ਇੱਕ ਜ਼ਰਾ ਇਹ ਜ਼ਰੂਰ ਦੱਸਿਓ ਕਿ ਤੁਹਾਡਾ ਤਜਰਬਾ ਕਿਵੇਂ ਦਾ ਰਿਹਾ? ਤਜਰਬਾ ਆਉਣ ਦਾ ਤਜਰਬਾ ਠੀਕ ਸੀ, ਬਾਕੀ ਸਾਰਿਆਂ ਦੇ ਨਾਲ ਸੀਗੇ। ਜਿੱਦਣ ਵੀ ਉੱਥੇ ਆਪਣੇ ਗੈਸ ਮੁੱਕੀ ਆ, ਉਦੋਂ ਲੱਕੜਾਂ ਜ਼ਰੂਰ ਅਸੀਂ ਪਾੜੀਆਂ, ਉੱਥੇ ਸ਼ਿਪ ਦੀ ਛੱਤ ਪਾੜੀ ਆ, ਤਾਂ ਰੋਟੀਆਂ ਪਕਾਉਂਦੇ ਰਹੇ। ਸੋ ਪਹਿਲੀ ਵਾਰ ਜਦੋਂ 19 ਦਿਨਾਂ ਬਾਅਦ ਧਰਤੀ ਦੇਖੀ ਤਾਂ ਉਦੋਂ ਕਿਵੇਂ ਦਾ ਲੱਗਿਆ ਵੀ ਹੁਣ ਧਰਤੀ ਮਿਲ ਗਈ? ਸ਼ੁਕਰ ਵਾਲੀ ਗੱਲ ਇੱਦਾਂ ਵੀ ਧਰਤੀ 'ਤੇ ਜੋ ਆਏ ਆ, ਮੱਖੀ ਮੱਛਰ ਬਹੁਤ ਸੀਗਾ, ਇੱਕ ਦੂਜੇ ਨੂੰ ਟਿਚਰਾਂ ਕਰਦੇ ਸੀਗੇ ਵੀ ਇੱਥੇ ਕੋਈ ਮਾਤਾ ਚਾਹ ਨਾ ਲਈ ਆਉਂਦੀ ਹੋਵੇ, ਵੀ ਘਰਿਆ ਇੰਡੀਆ ਹੀ ਲੱਗ ਆ, ਇੱਦਾਂ ਲੱਗਦਾ ਹੈ। ਵਿੱਚ ਤਜਰਬੇ ਵੀ ਸਾਂਝੇ ਹੋ ਰਹੇ ਨੇ, ਪਰ ਥੋੜਾ ਜਿਹਾ ਹੁਣ ਅਸੀਂ ਸ਼ੁਗਰ ਮੇਲਾ ਵੀ ਕਰ ਰਹੇ ਸੀਗੇ, ਸੋ ਕਹਿੰਦੇ ਮੱਛੀਆਂ ਵੀ ਫੜੀਆਂ ਨੇ, ਇਹ ਵੀ ਕੋਈ ਕਹਾਣੀ ਹੈਗੀ ਹੈ? ਹਾਂਜੀ, ਇਹ ਚੱਕਰ ਸੀਗਾ ਵੀ ਨਹਾਉਣ ਨੂੰ ਪਾਣੀ ਹੈ ਨਹੀਂ ਸੀਗਾ ਉੱਥੇ। ਇੱਕ ਵਾਰੀ ਮੈਂ ਸੋਚਿਆ, ਮੈਂ ਕਿਹਾ ਪਾਣੀ 'ਚ ਤਾਂ ਤੁਰੇ ਫਿਰਦੇ ਆ, ਰੱਸਾ ਸਿੱਟਿਆ, ਜੋ ਪਾਣੀ ਦੀ ਬਾਲਟੀ ਭਰ ਕੇ ਬਾਹਰ ਕੱਢੀ, ਜੋ ਦੇਖਿਆ ਉਹਦਾ ਲੂਣ ਹੀ ਲੂਣ, ਵੀ ਹੱਥ ਨਾਲ ਉਹਦੇ ਨਾਲ ਲਿੱਤੇ। ਮੈਂ ਕਿਹਾ ਵੀ ਇੱਥੇ ਨਹੀਂ ਨਾ ਆਉਣਾ ਬਸ। ਫਿਰ ਉਦੋਂ ਬਾਅਦ ਬਾਕੀ ਸਿੰਘ ਸਾਹਿਬ ਨਹੀਂ ਤਾਂ ਥੱਲੇ ਹੁੰਦੇ ਸੀਗੇ, ਮੈਂ ਇੱਕ ਇੰਜਣ ਵਾਲਾ ਰੂਮ ਹੁੰਦਾ ਸੀ, ਉੱਤੇ ਆਪਣਾ ਟਿਕਾਣਾ ਲਾ ਲਿਆ ਹੈਗਾ, ਮੈਂ ਉੱਥੇ ਦੱਸ ਦਿੰਦੇ ਹਾਂ ਨਾਲ ਦਿਸ਼ਾ ਨਿਰਦੇਸ਼ ਦਿੰਦੇ ਰਹੇ ਹੋ ਬਾਕੀਆਂ ਨੂੰ ਵੀ, ਆਹ ਕਰ ਲਓ ਆਹ ਕਰ ਲਓ। ਹਾਂਜੀ, ਬਾਕੀ ਇਹ ਸੀਗਾ ਵੀ ਜਿੱਦਣ ਸਾਡੇ ਗੈਸ ਮੁੱਕ ਗਈ ਖਾਣਾ ਬਣਾਉਣ ਨੂੰ, ਬਈ ਲੱਕੜ ਲੁੱਕੜ ਮੈਂ ਪਾੜ ਲੈਂਦਾ ਸੀ, ਬਈ ਛੱਤ ਜ਼ਰੂਰ ਉਦੋਂ ਪਾੜੀ ਛਿਪ ਦੀ ਅਸੀਂ। ਕਿਹੜੀ ਕਹੇ ਜੀ ਚੀਜ਼ ਆ ਜਿਹੜੀ ਇੰਡੀਆ ਦੀ ਤੁਸੀਂ ਸਿੱਖੀ ਹੋਈ, ਜਿਹੜੀ ਤੁਹਾਡੇ ਇੱਥੇ ਕੰਮ ਆਈ ਹੈ? ਇੰਡੀਆ ਖੇਤੀਬਾੜੀ ਕੀਤੀ ਸੀਗੀ, ਬਾਕੀ ਲੱਕੜਾਂ ਲੁੱਕੜਾਂ ਤਾਂ ਪਾਣੀਆਂ ਆਮ ਹੀ ਕੰਮ ਹੁੰਦਾ ਹੈਗਾ ਵੀ ਜਦੋਂ ਖੇਤੀਬਾੜੀ ਲਈ, ਵੀ ਘਰ ਚੁੱਲ੍ਹੇ ਲਈ, ਹੋਰ ਕਾਹੇ ਲਈ, ਵੀ ਜੋ ਕਹਿੰਦੇ ਗੈਸ ਮੁੱਕ ਗਈ, ਮੈਂ ਕਿਹਾ ਬਈ ਚੱਲ ਸਕਦਾ ਕੰਮ, ਵੀ ਇਹਨਾਂ ਨੂੰ ਪੁੱਛ ਲਓ, ਛੱਤ ਦੇ ਫੱਟੇ ਪਏ ਆ, ਭਾਈ ਪਾੜ ਲੈਂਦੇ ਆ। ਤਾਂ ਕੈਪਟਨ ਨੇ ਵੀ ਕਹਿੰਦਾ ਕੋਈ ਗੱਲ ਨਹੀਂ ਪਾੜ ਲਓ, ਤਾਂ ਪਾੜ ਤੇ ਰੋਟੀਆਂ ਬਣਾਈਆਂ। ਮੇਰਾ ਮਾਈਕ ਵਿੱਚ ਦੀ ਬੰਦ ਹੋ ਗਿਆ ਸੀ, ਮੈਂ ਸਵਾਲ ਤੁਹਾਨੂੰ ਪੁੱਛ ਰਹੀ ਸੀ ਕਿ ਜੋ ਸੋਚ ਕੇ ਕੈਨੇਡਾ ਆਏ ਸੀ, ਕੀ ਕੈਨੇਡਾ ਦੀ ਧਰਤੀ ਨੇ ਤੁਹਾਨੂੰ ਉਹ ਸਭ ਕੁਝ ਦਿੱਤਾ? ਹਾਂਜੀ, ਕੈਨੇਡਾ ਦੀ ਧਰਤੀ ਨੇ ਬਹੁਤ ਕੁਝ ਦਿੱਤਾ, ਬਹੁਤ ਕੁਝ ਮਿਲਿਆ। ਇਹ ਚਾਹੁੰਦੇ ਸੀਗੇ ਵੀ ਚਲੋ ਇੰਡੀਆ ਹੁੰਦਾ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਹੈਗਾ, ਇੱਥੇ ਇਹ ਸੀਗਾ ਵੀ 8 ਘੰਟੇ ਕੰਮ ਕਰਾਂਗੇ, ਬਾਕੀ ਆਰਾਮ ਕਰਿਆ ਕਰਾਂਗੇ, ਵੀ ਬਹੁਤ ਕੁਝ ਮਿਲਿਆ ਇੱਥੇ ਆ ਕੇ। ਸੋ ਕੁਝ ਤਜਰਬਿਆਂ ਦੀ ਅਸੀਂ ਗੱਲਬਾਤ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਅਸੀਂ ਉਸ ਸਫ਼ਰ ਤੇ ਨਿਕਲ ਤਾਂ ਚੁੱਕੇ ਹਾਂ ਜਿਹਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੁੰਦੀ ਹੈਗੀ। ਮੈਂ ਤਜਰਬੇ ਸਾਰਿਆਂ ਦੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹਾਂ। ਗੱਲਬਾਤ ਦੌਰਾਨ ਜੋ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖ ਰਹੇ ਹਾਂ। ਅਸੀਂ ਬਹੁਤ ਈਜ਼ੀਲੀ ਕਹਿ ਦਿੰਦੇ ਹਾਂ ਕਿ ਕੈਨੇਡਾ ਨੇ ਸਾਨੂੰ ਬਹੁਤ ਦਿੱਤਾ, ਸਾਡੇ ਇਹ ਰਾਈਟਸ ਨੇ, ਪਰ ਇਹ ਰਾਈਟਸ ਕਿੱਦਾਂ ਮਿਲੇ ਨੇ? ਸਾਡੇ ਪੁਰਾਣੇ ਜੋ ਸਾਡੇ ਬਜ਼ੁਰਗ ਆਏ ਨੇ, ਉਹਨਾਂ ਨੇ ਇੱਥੇ ਕਿੰਨੀ ਕੁ ਘਾਲਣਾ ਕੀਤੀ ਹੈ, ਕਿੰਨੀ ਕੁ ਮਿਹਨਤ ਕੀਤੀ ਹੈ, ਉਹਦੇ ਪਿੱਛੇ ਕਿਸੇ ਨੂੰ ਨਹੀਂ ਪਤਾ। ਸੋ ਇੱਥੇ ਉਹ ਵੀ ਕਿਸ ਤਰੀਕੇ ਨਾਲ ਪੁੱਜੇ ਨੇ, ਉਹਨਾਂ ਦਾ ਜਿਹੜਾ ਇਹ ਲੰਬਾ ਸਫ਼ਰ ਰਿਹਾ, ਅੱਜ ਉਹਦੇ ਵਿੱਚੋਂ ਇੱਕ ਸਫ਼ਰ ਦੀ ਇੱਕ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਸਰ, ਤੁਸੀਂ ਦੱਸਿਆ ਸੀ ਕਿ ਸ਼ਿਪ ਦੇ ਦੌਰਾਨ ਕੁਝ ਅਜਿਹੇ ਇਨਸੀਡੈਂਟਸ ਵੀ ਹੋਏ ਸੀਗੇ ਤੇ ਤੁਹਾਡੇ ਉੱਤੇ ਵੀ ਕੁਝ ਗਿਰਿਆ ਸੀਗਾ, ਮੈਂ ਉਹ ਵਾਲਾ ਇਨਸੀਡੈਂਟ ਜ਼ਰੂਰ ਜਾਣਨਾ ਚਾਹੁੰਦੀ ਹਾਂ। ਅਸੀਂ ਸੁੱਤੇ ਪਏ ਸੀ ਰਾਤ ਨੂੰ, ਜਿੱਦਾਂ ਤੇ ਉੱਤੋਂ ਐਡਾ ਇੱਕ ਰਸਟ ਦਾ ਤਕੜਾ ਪੀਸ ਜਿਹੜਾ ਆ ਕੇ ਮੇਰੇ ਸਿਰ 'ਚ ਡਿੱਗਾ। ਮੈਂ ਉੱਠ ਕੇ ਦੌੜਦਾ ਬਹਿ ਗਿਆ, ਮੈਂ ਕਿਹਾ ਆਹ ਪਤਾ ਨਹੀਂ ਕੀ ਹੋ ਗਿਆ, ਤੇ ਡਰ ਗਿਆ ਇੱਕਦਮ ਵੀ ਇਹ ਕੀ ਹੋਇਆ ਇੱਕਦਮ, ਹੈ ਨਾ। ਕੋਈ ਇੰਜਰੀ ਵਗੈਰਾ ਤਾਂ ਨਹੀਂ, ਇੰਜਰੀ ਤਾਂ ਨਹੀਂ ਹੋਈ, ਪਰ ਉਹ ਦੁਖਦਾ ਤਾਂ ਸੀਗਾ, ਜਿੱਦਾਂ ਨਾ ਕਿਉਂਕਿ ਜ਼ੋਰ ਨਾ ਲੱਗਾ ਕੇ, ਬਹੁਤ ਭਾਰਾ ਸੀ, ਬਾਬਾ ਮੋਟਾ ਸੀ। ਔਰ ਨੀਂਦ ਆ ਜਾਂਦੀ ਸੀ ਜਾਂ ਪਹਿਲੇ ਦੂਜੇ ਦਿਨ? ਕਿੱਥੇ ਆਉਂਦੀ ਸੀ ਨੀਂਦ, ਤਾਂ ਬਹੁਤ ਘੱਟ ਆਉਂਦੀ ਸੀ, ਕਿਉਂਕਿ ਤਾਂ ਉੱਥੇ ਤਾਂ ਜਦੋਂ ਥੱਲੇ ਵੜਦੇ ਸੀ ਨਾ ਸ਼ਿਪ ਦੇ, ਉੱਥੇ ਤਾਂ ਜਾਣੀ ਮੌਤ ਹੀ ਪੈ ਜਾਂਦੀ ਸੀ ਵੀ ਹੁਣ ਥੱਲੇ ਨਹੀਂ ਜਾਣਾ। ਜੋ ਉੱਤੇ ਉਹ ਕਿਤੇ ਥੋੜ੍ਹਾ ਟਾਈਮ ਕੱਢਦੇ ਸੀ, ਕਦੇ 10 ਮਿੰਟ, ਕਦੇ ਅੱਧਾ ਘੰਟਾ, ਕਿਉਂਕਿ ਜਦੋਂ ਦੂਰਬੀਨ ਨਾਲ ਉਹ ਦੇਖ ਲੈਂਦੇ ਸੀ ਦੂਰੋਂ ਕੋਈ ਵੱਡਾ ਸ਼ਿਪ ਆ ਰਿਹਾ, ਫਿਰ ਉਹ ਕਹਿੰਦੇ ਹੁਣ ਤੁਸੀਂ ਉੱਤੇ ਨਹੀਂ ਬਹਿਣਾ ਬਿਲਕੁਲ, ਕਿਉਂਕਿ ਆਪਾਂ ਫੜੇ ਜਾਵਾਂਗੇ ਜਾਂ ਕਿੱਦਾਂ ਵੀ ਹੈ, ਥੱਲੇ ਵੜ ਜਾਓ ਜਾ ਕੇ ਦਾ ਉਹਦਾ। ਅਤੇ ਥੱਲੇ ਜਾਂਦੇ ਸੀ ਤਾਂ ਉੱਥੇ ਉਲਟੀਆਂ ਕਰਦੇ ਸੀ, ਅਤੇ ਇੱਕ ਠੰਡ ਬਹੁਤ ਸੀ, ਨੀਚੇ ਠੰਡ ਬਹੁਤ ਸੀਗੀ, ਬਹੁਤ ਜ਼ਿਆਦਾ ਠੰਡ ਸੀ। ਤੇ ਜਦੋਂ ਕੈਨੇਡਾ ਆਏ ਉਸ ਵੇਲੇ ਕਿਵੇਂ ਦਾ ਮੌਸਮ? ਉਦੋਂ ਬੜੀ ਫੌਗ ਸੀ, ਜੁਲਾਈ ਦੇ ਵਿੱਚ ਬੜੀ ਫੌਗ ਸੀ। ਉਸੇ ਕਾਰਨ ਕਰਕੇ ਅਸੀਂ ਬਚ ਗਏ, ਫੌਗ ਕਰਕੇ, ਕਿਉਂਕਿ ਜਿਹੜਾ ਸਾਡਾ ਸ਼ਿਪ ਸੀ 12 ਦਿਨ 'ਚ ਲੱਗਣਾ ਸੀ, ਉਹ ਫੌਗ ਕਰਕੇ ਇਹਨਾਂ ਨੇ 12 ਦਿਨਾਂ 'ਚ ਟਰਾਈ ਕੀਤੀ ਵੀ ਲੱਭੀਏ, ਕੋਈ ਪਤਾ ਲੱਗ ਗਿਆ ਸੀ ਇਹਨਾਂ ਨੂੰ ਵੀ ਸ਼ਿਪ ਕੋਈ ਆ ਰਿਹਾ। ਅਤੇ ਇਹ 12 ਦਿਨਾਂ ਬਾਅਦ ਜਦੋਂ ਇਹਨਾਂ ਨੇ ਹੈਲੀਕਾਪਟਰ ਲਾ ਕੇ ਸਾਰੇ ਸਮੁੰਦਰ ਫੋਲਿਆ ਤਾਂ ਕੁਛ ਨਹੀਂ ਲੱਭਾ, ਕਿਉਂਕਿ ਸਾਡਾ ਕਾਰਨ ਉਹ ਹੋ ਗਿਆ ਕਿ ਅਸੀਂ ਲੇਟ ਹੋ ਗਏ ਇੱਕ ਹਫ਼ਤਾ, ਅਸੀਂ ਆਏ 19 ਦਿਨਾਂ 'ਚ, ਉਸੇ ਕਾਰਨ ਕਰਕੇ ਅਸੀਂ ਬਚ ਗਏ, ਨਹੀਂ ਤਾਂ ਸਾਨੂੰ ਇਹਨਾਂ ਨੇ ਮੋੜ ਦੇਣਾ ਸੀ ਰਾਹ 'ਚੋਂ। ਅਤੇ ਉਹ ਫੌਗ ਬਹੁਤ ਸੀ ਜੁਲਾਈ ਦੇ ਮਹੀਨੇ ਦੇ ਵਿੱਚ, ਦੀਦਾ ਨਹੀਂ ਸੀ ਕੁਛ ਵੀ। ਅਸੀਂ ਉਹ ਜੰਗਲ ਦੇ ਵਿੱਚ ਹੀ ਰਾਤ ਨੂੰ 2-3 ਘੰਟੇ ਪਾਣੀ ਦੇ ਵਿੱਚ, ਖੋਬੇ ਦੇ ਵਿੱਚ ਇੱਦਾਂ ਤੁਰੇ ਫਿਰਦੇ ਰਹੇ।
ਸੋ ਤੁਸੀਂ ਹਜੇ ਵੀ ਸਾਰੇ ਇੱਕ ਦੂਜੇ ਨਾਲ ਕੰਟੈਕਟ ਦੇ ਵਿੱਚ ਹੈਗੇ ਹੋ, ਸਾਰੇ BC ਚ ਰਹਿੰਦੇ ਹੋ? ਬਹੁਤ ਕਰ ਰਹੇ ਆ ਸਾਰੇ, ਹੁਣ 60-70 ਬੰਦੇ ਜਿਹੜੇ ਆ ਅਸੀਂ ਲੱਭੇ ਆ, ਬਾਕੀ ਅਸੀਂ ਲੱਭ ਰਹੇ ਆ। ਅਸੀਂ ਮੀਡੀਆ ਦੇ ਥਰੂ ਵੀ ਕਹਿੰਦੇ ਆ ਵੀ ਤੁਸੀਂ ਹੁਣ ਕੋਈ ਦੱਸੋਗੇ ਤੇ ਜਿਹੜੇ ਬਾਕੀ ਜਿਹੜੇ ਸਾਨੂੰ ਨਹੀਂ ਮਿਲੇ ਉਹ ਸਾਨੂੰ ਮਿਲ ਜਾਣ। ਤੇ ਤਾਂ ਕਰਕੇ ਅਸੀਂ ਉਹ ਜਿਹੜੇ ਪਿੱਛੇ ਗੋਰੇ ਸੀਗੇ ਉਹਨਾਂ ਦਾ ਵੀ ਜਾ ਕੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਦੂਸਰਾ ਉਹਨਾਂ ਨਾਲ ਵੀ ਕੋਈ ਰਾਬਤਾ ਕਾਇਮ ਕਰੀਏ। ਉਹਨਾਂ ਨਾਲ ਸਾਡੀ ਇਨ ਟੱਚ ਹੈ ਜੀ, ਆ ਫੋਨ ਕਰ ਲੈਂਦੇ ਆ। ਮਤਲਬ ਅਜੇ ਵੀ ਉਸ ਫੈਮਿਲੀ ਨੂੰ ਮਿਲਦੇ ਹੋ ਜਿਨ੍ਹਾਂ ਨੇ ਪਹਿਲੀ ਵਾਰੀ ਤੁਹਾਨੂੰ ਕੁਝ ਖਾਣ ਪੀਣ? ਹਾਂਜੀ, ਅਸੀਂ 6-7 ਵਾਰ ਉਹਨਾਂ ਨੂੰ ਦੇ ਕੋਲ ਜਾ ਕੇ ਵੀ ਆਏ ਆ ਤੇ ਉਹ ਹਰ ਸਾਲ ਕਹਿੰਦੇ ਆ ਤੁਸੀਂ ਉਸ ਜੁਲਾਈ ਦੇ ਵਿੱਚ ਸਾਡੇ ਕੋਲ ਆਓ ਤੇ ਅਸੀਂ ਤੁਹਾਡੇ ਨਾਲ, ਅਸੀਂ ਤੁਹਾਡੀ ਫੇਰ ਵੀ ਦੂਸਰੀ ਹੈਲਪ ਕਰਾਂਗੇ ਜੋ ਵੀ ਅਸੀਂ ਇਹਦੇ ਨਾਲ ਤੁਹਾਡੇ। ਤੇ ਅਸੀਂ ਉਹਨਾਂ ਨੂੰ ਇੱਥੇ ਵੀ ਸੱਦਿਆ ਸੀ, 12-13 ਬੰਦੇ ਸੀ, ਉਹਨਾਂ ਨੂੰ ਅਸੀਂ ਇੱਥੇ ਸੱਦਿਆ, ਟਿਕਟਾਂ ਭੇਜੀਆਂ ਤੇ ਇੱਥੇ ਉਹਨਾਂ ਨੂੰ ਨਾਗਰਾ ਫਾਲ ਵਗੈਰਾ ਹੋਟਲ ਬੁੱਕ ਕਰਕੇ ਦਿੱਤੇ ਤੇ ਅਸੀਂ ਉਹਨਾਂ ਨੂੰ ਅਸੀਂ ਸਾਂਭਿਆ। ਉਹ ਸਾਡੇ ਕੋਲ ਬਾਅਦ ਵਿੱਚ ਵੀ ਕਈ ਵਾਰ ਆਏ, ਵੈਨਕੂਵਰ ਵੀ ਗਏ ਆ ਉਹ ਪ੍ਰੋਗਰਾਮ ਤੇ। ਸੋ ਉਹਨਾਂ ਦੇ ਅੱਗੇ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਵੀ ਪਤਾ ਆ ਵੀ ਸਾਡੇ ਵੀ ਪਤਾ ਵਾ ਵੀ ਸਾਡੇ ਇੱਦਾਂ ਉਹਦੇ ਸਾਨੂੰ ਤਾਂ ਉਹਨਾਂ ਨੇ ਜ਼ਮੀਨ ਦੀ ਵੀ ਉੱਥੇ ਆਫਰ ਕੀਤੀ ਵੀ ਤੁਸੀਂ ਦੂਸਰਾ ਇੱਥੇ ਆ ਜਾਓ ਮੇਰੇ ਜੀਂਦੇ ਜੀਂਦੇ ਤੇ ਤੁਸੀਂ ਆ ਕੇ ਆਪਦਾ ਕੁਛ ਯਾਦਗਿਰੀ ਇੱਥੇ ਬਣਾ ਲਓ। ਤੇ ਹਜੇ ਵੀ ਉੱਥੇ ਉਹਨਾਂ ਨੇ ਇੱਕ ਬਣਾਇਆ ਵਾ ਕੋਈ ਮਿਊਜ਼ੀਅਮ ਹਾਲ ਜਿਹਾ ਛੋਟਾ ਜਿਹਾ, ਉਹਦੇ ਵਿੱਚ ਜਿਹੜੇ ਸਾਡੇ ਕੋਈ ਪੁਰਾਣੇ ਲੀੜੇ ਕੱਪੜੇ ਰਹੇ ਹੋਏ ਆ ਉਹ ਉੱਥੇ ਉਹਨਾਂ ਨੇ ਰੱਖੇ ਹੋਏ ਆ। ਉੱਥੇ ਟੂਰਿਸਟ ਏਰੀਆ ਵਾ, ਉਹ ਲੰਘਦੇ ਟੱਪਦੇ ਉੱਥੋਂ ਦੀ ਲੋਕ ਜਾਂਦੇ ਦੇਖਦੇ ਆ। ਸੋ ਤੁਹਾਡੇ ਨਾਲ ਚੀਜ਼ਾਂ ਕਿਹੜੀਆਂ ਲੈ ਕੇ ਆਏ ਸੀ ਕੱਪੜੇ ਤੋਂ ਇਲਾਵਾ? ਕੱਪੜੇ ਸਾਡੇ ਵਿੱਚ ਜਾਂ ਕਿਸੇ ਕੋ ਕੋਈ ਬਰੀਫ ਕੇਸ ਛੋਟਾ ਜਿਹਾ ਸੀਗਾ, ਮੇਰੇ ਕੋ ਇੱਕ ਬਰੀਫ ਕੇਸ ਸੀਗਾ, ਹਜੇ ਵੀ ਹੈਗਾ, ਸਾਂਭ ਕੇ ਰੱਖਿਆ। ਉਹ ਜਦੋਂ ਮੈਂ ਉੱਤੋਂ ਡਿੱਗਿਆ 10 ਮਿੰਟ ਦੇ ਵਿੱਚ ਉਹਨਾਂ ਨੇ 174 ਬੰਦੇ ਜਿਹੜੇ ਥੱਲੇ ਸਿੱਟਦੇ ਸੀ। 10 ਮਿੰਟ 'ਚ 174 ਬੰਦੇ ਜਿਹੜੇ ਲਾਹ 'ਤੇ ਸੀ, ਢੇਰੀ ਕਰਦੇ। ਤੇ ਉਹ ਜਦੋਂ ਥੱਲੇ ਡਿੱਗੇ ਤਾਂ ਮੇਰੇ ਗੋਡੇ ਪਾਣੀ ਆਇਆ। ਮੈਂ ਤਾਂ ਰੱਬ ਦਾ ਸ਼ੁਕਰ ਕਰਦਾ, ਨਾ ਮੈਨੂੰ ਤਰਨਾ ਆਉਂਦਾ ਸੀ। ਜੇ ਵਿੱਚ ਡੂੰਘੇ ਪਾਣੀ 'ਚ ਡੁੱਬ ਜਾਂਦੇ ਮੈਂ ਬਿਲਕੁਲ ਨਹੀਂ ਸੀ ਬਚਣਾ, ਕਿਉਂਕਿ ਅਸੀਂ ਪਾਣੀ 'ਚ ਮੈਂ ਨਹੀਂ ਵੜਿਆ ਕਦੇ ਡੂੰਘੇ ਪਾਣੀ 'ਚ। ਹੁਣ ਤਾਂ ਚਲੋ ਹਾਸੀਆਂ ਖੇਡੀਆਂ ਹੁੰਦੀਆਂ ਨੇ, ਪਰ ਉਸ ਵੇਲੇ ਜੋ ਹਾਲਾਤ ਹੋਣੇ ਆ ਉਹ ਤੁਹਾਡੇ ਤੇ ਕੀ ਬੀਤਿਆ ਹੋਣਾ ਤੁਸੀਂ ਉਹ ਚੀਜ਼ ਜਾਣਦੇ ਹੋ। ਪਰ ਅਖੀਰਲਾ ਮੇਰਾ ਆਹੀ ਸਵਾਲ ਹੈ ਕਿ ਕੈਨੇਡਾ ਵਿੱਚ ਆਏ ਹੋ, ਕੀ ਇਹ ਵਧੀਆ ਤੁਹਾਨੂੰ ਡਿਸੀਜਨ ਲੱਗਿਆ ਸੀ? ਆਪਣਾ ਰਿਗਰੈਟ ਤਾਂ ਨਹੀਂ ਹੈ ਕਿਸੇ ਚੀਜ਼ ਨੂੰ ਲੈ ਕੇ? ਤੇ ਕੈਨੇਡਾ ਬਾਰੇ ਕੀ ਕਹਿਣਾ ਚਾਹੋਗੇ ਅਖੀਰ? ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਵਾ। ਜਦੋਂ ਅਸੀਂ ਆਏ ਵੀ ਸੀਗੇ ਸਾਨੂੰ ਇਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਵੈਲਫੇਅਰ ਲੈ ਲਓ। ਅਸੀਂ ਕਿਹਾ ਵੀ ਅਸੀਂ ਵੈਲਫੇਅਰ ਤੁਹਾਡੇ ਤੇ ਬੋਝ ਨਹੀਂ ਬਣਨਾ, ਸਾਨੂੰ ਵਰਕ ਪਰਮਿਟ ਦਿਓ ਤੇ ਅਸੀਂ ਆਪਦਾ ਕੰਮ ਕਰੀਏ ਤੇ ਅਸੀਂ ਆਪਦਾ ਪੈਸੇ ਆਪਦੇ ਜਿਹੜੇ ਹੈਗੇ ਆਪਦੇ ਅਸੀਂ ਖੁਦ ਸਿਰ 'ਤੇ ਸਾਰਾ ਕੁਝ ਕਰਨਾ। ਸਾਡੇ ਕੋਲ ਕਟਿੰਗ ਪਈ ਮੇਰੇ ਕੋਲ ਹਜੇ ਵੀ ਪੇਪਰਾਂ ਦੀ ਕਿ ਇਹਨਾਂ ਨੇ ਸਾਨੂੰ ਮੀਡੀਆ ਨੇ ਵੀ ਇੱਥੇ ਸਾਨੂੰ ਆਫਰਾਂ ਇਹ ਕਹੀਆਂ ਵੀ ਤੁਹਾਨੂੰ ਜੇ ਗੌਰਮੈਂਟ ਵੈਲਫੇਅਰ ਦਿੰਦੀ ਆ ਤੁਸੀਂ ਲੈ ਲਓ। ਅਸੀਂ ਕਿਹਾ ਵੀ ਅਸੀਂ ਵੈਲਫੇਅਰ ਨਹੀਂ ਲੈਣਾ, ਸਾਨੂੰ ਵਰਕ ਪਰਮਿਟ ਮਿਲ ਜੂਗਾ ਤੇ ਅਸੀਂ ਕੰਮ ਕਰ ਲਾਂਗੇ। ਤੇ ਅਸੀਂ 5-6 ਸਾਲ ਕਿਸੇ ਨੂੰ ਲੱਗੇ, ਕਿਸੇ ਨੂੰ 2 ਸਾਲ ਲੱਗੇ, ਕਿਸੇ ਨੂੰ 3 ਸਾਲ ਲੱਗੇ ਸਾਨੂੰ ਪੀਆਰ ਮਿਲਣ ਨੂੰ। ਤੇ ਉਸ ਤਰ੍ਹਾਂ ਫਿਰ ਅਸੀਂ ਆਪਦਾ ਮੈਂ 14-15 ਸਾਲ ਬਾਅਦ ਆਪਦੇ ਬੱਚਿਆਂ ਨੂੰ ਦੇਖਿਆ। ਪਰਿਵਾਰਾਂ ਨੂੰ ਕਿਵੇਂ ਪਿੱਛੇ ਗੱਲਬਾਤ ਹੁੰਦੀ ਸੀ ਜਾਂ ਕਿਵੇਂ ਪਹਿਲੀ ਵਾਰੀ? ਉਦੋਂ ਫੋਨ ਹੈ ਨਹੀਂ ਸੀ, ਲੈਟਰ ਪਾਈਦਾ ਸੀ, ਉਹ ਮਹੀਨੇ ਬਾਅਦ ਕਿਤੇ ਮਿਲ ਗਿਆ, ਕਦੇ 15 ਦਿਨਾਂ ਬਾਅਦ ਉੱਧਰੋਂ ਉਹਨਾਂ ਨੇ ਪਾਉਣਾ। ਹਜੇ ਵੀ ਲੈਟਰ ਮੇਰੇ ਸਾਂਭ ਕੇ ਰੱਖੇ ਹੋਏ ਆ ਜਿਹੜੇ, ਕਿਉਂਕਿ ਫੋਨ ਹੈ ਹੀ ਨਹੀਂ ਸੀ ਉਦੋਂ ਬਿਲਕੁਲ। ਪਰਿਵਾਰਾਂ ਨੇ ਕਿਹਾ ਨਹੀਂ ਵੀ ਦੱਸਿਆ ਨਹੀਂ ਸਾਨੂੰ ਤੁਸੀਂ ਅੱਗੇ ਲੰਘਣ ਲੱਗੇ ਹੋ ਜਾਂ ਕਿੱਥੇ ਚੱਲੇ ਹੋ, ਪਿੱਛੋਂ ਦੀ ਕੋਈ ਚਿੱਠੀ ਦੇ ਵਿੱਚ? ਉਹਨਾਂ ਨੇ ਨਹੀਂ, ਇਹ ਤਾਂ ਨਹੀਂ ਗੱਲ ਕਹੀ। ਪਰ ਜਦੋਂ ਉੱਥੇ ਪੁਲਿਸ ਗਈ ਆ ਤੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਬੰਦੇ ਕਿੱਥੇ ਆ, ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਆ। ਉਹਨਾਂ ਨੇ ਫਿਰ ਦੱਸਿਆ ਵੀ ਤੁਹਾਡੇ ਬੰਦੇ ਇਸ ਟਾਈਮ ਕੈਨੇਡਾ ਦੇ ਵਿੱਚ ਆ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਕੈਨੇਡਾ 'ਚ ਆ। ਮੇਰੇ ਘਰਦਿਆਂ ਨੂੰ ਇਹ ਗੱਲ ਹੋਈ, ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ। ਮੇਰਾ ਬਾਬਾ ਸੀਗਾ, ਬਾਬਾ ਜੀ, ਤੇ ਉਹਨਾਂ ਨੂੰ ਪੁੱਛਿਆ, ਮੇਰੇ ਡੈਡੀ ਨੂੰ ਪੁੱਛਿਆ ਵੀ ਤੁਹਾਡੇ ਬੰਦੇ ਕਿੱਥੇ ਆ, ਤੇ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ। ਉਹ ਕਹਿੰਦੇ ਵੀ ਉਹ ਕੈਨੇਡਾ 'ਚ ਆ। ਜਿਹੜੇ ਕੁਝ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਜਾਂ ਕਿਸੇ ਵੀ ਮੁਲਕ 'ਚ ਜਾਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਹੁਣ ਤਾਂ ਉਹ ਸਮਾਂ ਆ ਚੁੱਕਿਆ ਕਿ ਹਰ ਮੁਲਕ ਨੇ ਰਾਸਤੇ ਖੋਲ੍ਹੇ ਹੋਏ ਆ, ਲੀਗਲ ਵੇ ਬਹੁਤ ਨੇ। ਰਾਸਤਾ ਤਾਂ ਇਹ ਠੀਕ ਨਹੀਂ ਹੈਗਾ, ਅਨਲੀਗਲ ਜਿਹੜਾ ਆਉਣਾ। ਪਰ ਹਜੇ ਵੀ ਚਲੋ ਜਿਹੜੇ ਰਿਫਿਊਜੀ ਆਉਂਦੇ ਹੀ ਆ ਕਈ, ਤੇ ਉਹਨਾਂ ਨੂੰ ਕੈਨੇਡਾ ਨੇ ਤਾਂ ਵੈਲਕਮ ਹੀ ਕੀਤਾ ਵਾ, ਸਾਂਭਿਆ ਚੰਗੀ ਤਰ੍ਹਾਂ ਨਾਲ, ਸਿੱਖ ਨੇ ਸਾਰਾ ਕੁਝ ਦਿੱਤਾ। ਪਰ ਸਾਨੂੰ ਅੱਜ ਅਸੀਂ ਇਹ ਸੋਚੀਏ ਤਾਂ ਸਾਨੂੰ ਬਹੁਤ ਕੁਛ ਕੈਨੇਡਾ ਨੇ ਦਿੱਤਾ। ਇੱਕ ਬੰਦੇ ਦੇ ਮਗਰ ਮੇਰੇ ਖਿਆਲ 100-150 ਬੰਦਾ ਅੱਜ ਇੱਥੇ ਬੈਠਾ ਕੈਨੇਡਾ ਦੇ ਵਿੱਚ, ਤੇ ਸਾਰਿਆਂ ਨੇ ਆ ਕੇ ਕਮਾਈ ਕੀਤੀ ਆ ਤੇ ਕੈਨੇਡਾ ਦਾ ਕੁਛ ਬਣਾਇਆ ਵਾ। ਇਹ ਨਹੀਂ ਹੈਗਾ ਕਿ ਦੂਸਰਾ ਵੈਲਫੇਅਰ ਤੇ ਨਹੀਂ ਰਹੇ ਹੈਗੇ, ਤੇ ਇਹ ਹੈ ਕਿ ਆਪਦੀਆਂ ਕਮਾਈਆਂ ਕਰਕੇ ਕਮਾਈ ਕਰਕੇ ਸਾਰਾ ਟੈਕਸ ਭਰੇ ਆ ਗੌਰਮੈਂਟ ਨੂੰ, ਤੇ ਸਾਰਾ ਕੁਝ ਦਿੱਤਾ ਵਾ ਵੀ ਅਸੀਂ ਇਹ ਉਹ ਗਲਤ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਧੱਬਾ ਲੱਗੇ ਕਿ ਇਹ ਸਾਡੇ ਤੇ ਭਾਰ ਪਾਇਆ ਆ ਕੇ। ਸਰ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਭਗਤ ਸਿੰਘ ਢਾਲੀਵਾਲ। ਸੋ 1987 ਦੇ ਵਿੱਚ ਜਿਹੜਾ ਜਹਾਜ਼ ਆਇਆ ਸੀ ਉਹਦੇ ਵਿੱਚ ਢਾਲੀਵਾਲ ਸਾਹਿਬ ਵੀ ਮੌਜੂਦ ਸੀਗੇ। ਸੋ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਕਿਨਾਰੇ ਦੇ ਉੱਤੇ ਜਹਾਜ਼ ਲੱਗਿਆ ਉਹਦਾ ਵੀ ਇੱਕ ਵੱਖਰਾ ਹੀ ਐਕਸਪੀਰੀਅੰਸ ਸੀ। ਹਾਂਜੀ, ਉਸ ਟਾਈਮ ਤੇ ਫਿਰ ਜਿਹੜੇ ਸਾਡੇ 'ਚ ਸਿੰਘ ਬੰਦੇ
7-8 ਮੋਸਟਲੀ ਉਹਨਾਂ ਨੇ ਕੁਰਬਾਨੀ ਕੀਤੀ ਆ ਉਹ ਛਿਪ ਜਾਉਣ ਦੀ, ਲੰਗਰ ਬਣਾਉਣ ਦੀ, ਸਾਰਾ ਕੁਝ ਉਹਨਾਂ ਦੀ ਹੀ ਜਣੀ ਦਬਾਅ ਤੇ ਅਸੀਂ ਪਹੁੰਚੇ ਹਾਂ। ਬਾਕੀ ਤਾਂ ਹੁੱਲੜਬਾਜੀ ਹੀ ਜ਼ਿਆਦਾ ਬੰਦੇ ਉਹਦੇ ਵਿੱਚ। ਉਹਨਾਂ ਨੇ ਫਿਰ ਕੁਝ ਬੰਦੇ ਪੱਗਾਂ ਛੁੱਟ ਕੇ ਵੀ ਵਿੱਚੋਂ ਕੱਢੇ। ਪਹਿਲਾਂ ਉਹੀ ਉਹ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਥੱਲੇ ਆਉਣ ਦੀ, ਅਸੀਂ ਜੋ ਕੁਝ ਦੇਖਿਆ, ਹਾਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਸੀ ਜਿਹੜੇ ਅੰਮ੍ਰਿਤਧਾਰੀ ਮੁੰਡੇ। ਹਾਂ ਉਹਨਾਂ ਨੇ ਤੁਸੀਂ ਦੱਸਿਆ ਸੀ ਕਿ ਵੀ ਜਿਵੇਂ ਟਾਰਚ ਲੈ ਕੇ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਸਾਨੂੰ ਉਹਦਾ ਤਾਂ ਕੰਢਾ ਲੱਭੇ ਕਿ ਅਸੀਂ, ਉਹ ਸਾਨੂੰ ਕਹਿੰਦੇ ਸੀ 100 ਮੀਟਰ ਇਹ ਛਿਪ ਵਿੱਚ ਲੱਗਣਾ ਪਾਣੀ ਦੇ ਤੇ ਇਹ ਪਾਣੀ ਪਿੱਛੇ ਮੁੜ ਜਾਂਦਾ, ਅਸੀਂ ਕੰਢੇ ਤੇ ਨਹੀਂ ਲਾ ਸਕਦੇ। ਹੋਇਆ ਵੀ ਉਹੀ ਕੁਛ। ਅਸੀਂ ਜਿਹੜੇ ਬਰੀਕੇਸ ਆਪਾਂ ਥੱਲੇ ਛੁੱਟੇ, ਮੁੜ ਕੇ ਅਸੀਂ ਧੂਈ ਲਾ ਕੇ ਬੰਦੇ ਗਿਣਦੇ, ਉਹ ਬਰੀਕੇਸ ਅਸੀਂ ਪੱਥਰਾਂ ਤੋਂ ਚੱਕ ਲਏ, ਉਹਦੀ ਮੁੜ ਗਿਆ ਸੀ ਪਾਣੀ ਥੱਲੇ। ਹਾਂ ਉਹ ਇਸੇ ਚੀਜ਼ ਤੋਂ ਡਰਦੇ ਕਿ ਸਾਡਾ ਛਿਪ ਕਿਤੇ ਇੱਥੇ ਖੜਿਆ ਨਾ ਰਹਿ ਜੇ, ਇੱਥੇ ਨਾ ਫਸ ਜੀ ਅਸੀਂ। ਤੇ ਕੋਈ ਐਸਾ ਨਹੀਂ ਹੋਇਆ ਜਦੋਂ ਪਾਣੀ ਤੋਂ, ਜਦੋਂ ਜਹਾਜ਼ ਤੋਂ ਨੀਚੇ ਕੋਈ ਆਇਆ, ਕੋਈ ਗਹਿਰੇ ਪਾਣੀ 'ਚ ਗਿਰਿਆ ਹੋਵੇ ਜਾਂ ਕੋਈ ਗਿਰੇ ਆ ਪਾਣੀ 'ਚ? ਪਹਿਲਾਂ ਜਦੋਂ ਉਹ ਥੱਲੇ ਸੁੱਟਦੇ ਸੀ ਬੰਦੇ ਨੂੰ, ਪਹਿਲਾਂ ਡੁੱਬਦਾ ਸੀ ਬੰਦਾ ਜਾ ਕੇ, ਬਾਹਰ ਚੁੱਪ ਰਹਿੰਦਾ, ਪਰ ਉਹ ਫੜਨ ਨੂੰ ਚੀਜ਼ਾਂ ਨੇੜੇ ਸੀ ਉਹਦੇ। ਹਾਂ ਪੱਤਣ ਜਿੱਦਾਂ ਜੇ ਉਹ 100 ਮੀਟਰ ਪਾਣੀ ਦੇ ਪਿੱਛਾ ਨੂੰ ਉਹਨਾਂ ਨੇ ਇਦਾਂ ਆਫਰ ਦਿੱਤੀ ਕਿ ਤੁਸੀਂ ਤਰਨ ਜਾਣਦੇ ਹੋ, ਬੰਦੇ ਹੱਥ ਖੜੇ ਕਰੋ। ਉਹ ਹੱਥ ਖੜੇ ਕਰਤੇ ਕਈਆਂ ਨੇ, ਪਰ ਆਪਾਂ ਨਹਿਰਾਂ 'ਚ ਤਰੇ ਹੋਏ, ਖੜੇ ਪਾਣੀ 'ਚ ਨਹੀਂ ਤਰੇ ਹੋਏ। ਅਸੀਂ ਕਿਹਾ ਵੀ ਤੁਸੀਂ ਧੋਖਾ ਖਾਓਗੇ, ਤੁਸੀਂ ਕਿਸੇ ਬੰਦੇ ਨੂੰ ਖਿੱਚ ਕੇ ਨਹੀਂ ਲਿਜਾ ਸਕਦੇ, ਤੁਸੀਂ ਇਹ ਗਲਤੀ ਕਰਦੇ ਹੋ। ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ 'ਚ ਕੋਈ ਬੰਦਾ ਨਹੀਂ ਤਰਨ ਜਾਣਦਾ। ਉਹ ਕੁਦਰਤੀ ਜਿੱਦਾਂ ਪ੍ਰਮਾਤਮਾ ਵੱਲੋਂ ਸਾਡਾ ਜਿਹੜਾ ਛਿਪ ਆ ਉਹ ਕੰਢੇ 'ਤੇ ਵੱਜ ਗਿਆ। ਉਹਨਾਂ ਦੇਖਿਆ ਵੀ ਇਹ ਹੁਣ ਇਦੋਂ ਵਧੀਆ ਮੌਕਾ ਕੋਈ ਨਹੀਂ, ਉਹਨਾਂ ਤਰਪਾਲ ਨੂੰ ਪੈਪ ਲਾਏ ਹੋਏ ਸੀ ਬਸ ਉੱਥੇ। ਸਾਨੂੰ ਫਿਰ ਉਹਨਾਂ ਰਿਵਾਲਵਰ ਵੀ ਉੱਦਾਂ ਕੱਢਿਆ, ਡਰਾਬੇ ਲਈ ਲਾਏ। ਉਹ ਛਾਲ ਨਹੀਂ ਮਾਰਦਾ ਕੋਈ, ਥੱਲੇ ਦੀਂਦਾ ਹੀ ਕੱਖ ਨਹੀਂ। ਹਾਂ ਹੁਣ ਉੱਤਰ ਜੋ ਹੁਣ ਤਾਂ ਕੈਨੇਡਾ ਆ ਗਏ। ਜਿਹੜਾ ਸਾਡੇ ਨਾਲੋਂ ਬੰਦਾ ਜਾਂਦਾ ਹੈ ਉਹਨੂੰ ਕਹਿੰਦੇ ਹੁੰਦੇ ਵੀ ਦੱਸੀ ਜਾ ਕੇ ਥੱਲੇ ਕੀ, ਉਹਨੂੰ ਆਵਾਜ਼ ਹੀ ਨਹੀਂ ਨਿਕਲਦੀ, ਪਹਿਲਾਂ ਪਾਣੀ 'ਚ ਡੁੱਬਦਾ ਫਿਰ ਬਾਹਰ ਜਾਂਦਾ ਹੈ, ਆਵਾਜ਼ ਹੀ ਨਹੀਂ ਨਿਕਲਦੀ। ਉਤਲੇ ਬੰਦੇ ਅਸੀਂ ਕਈ ਵਾਰੀ ਇੱਦਾਂ ਸੋਚਦੇ ਹੁੰਦੇ ਵੀ ਇਹ ਤਾਂ ਕੋਈ ਡੇਂਜਰ ਸਹੀ ਆ ਕੰਮ। ਔਖੇ ਤੇ ਆਏ ਹੈਗੇ ਸੀਗੇ, ਜਿਵੇਂ ਦੱਸਿਆ ਕਿ ਪਾਣੀ ਮੁੱਕ ਗਿਆ ਸੀ ਕਈ ਬੰਦਿਆਂ ਦਾ ਉਲਟੀਆਂ ਨਾਲ। ਉਹ ਜਿੱਦਾਂ ਜਿਹੜੀ ਹਿੱਲ ਆਪਾਂ ਕਿਤੇ ਬੈਠੇ ਨਹੀਂ ਛਿਪ 'ਚ ਹੈ ਨਹੀਂ, ਉਹਦੇ ਨਾਲ ਜਿੱਦਾਂ ਉਹ ਉਲਟੀਆਂ ਆਉਂਦੀਆਂ ਨੇ, ਭੁੱਖ ਨਹੀਂ ਲੱਗਦੀ। ਪਾਣੀ ਮੁੱਕ ਗਿਆ ਕਈ ਬੰਦਿਆਂ ਦਾ, ਉਹਦਾ ਕੁਦਰਤੀ ਚਲੋ ਜਿੱਦਾਂ ਵੀ ਲੱਗ ਗਿਆ ਨੇੜੇ। ਹਾਂ ਘਰਦਿਆਂ ਨੂੰ ਦੱਸਦਾ ਸੀ ਚਿੱਠੀ ਲਿਖ ਕੇ ਵੀ ਹਾਂ ਸਹੀ ਸਲਾਮਤ? ਤਾਂ ਸਾਡਾ ਘਰਦਿਆਂ ਨੂੰ ਸਾਡਾ ਉਦੋਂ ਹੀ ਪਤਾ ਲੱਗਿਆ ਜਦੋਂ ਸਾਡੀਆਂ ਫੋਟੋਆਂ ਪੁਲਿਸ ਵਾਲੇ ਲਗਾਏ ਉੱਥੇ ਨਹੀਂ ਵੀ ਆਹ ਬੰਦਾ ਤੁਹਾਡਾ ਕਿੱਥੇ ਆ। ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਕਿੱਥੇ ਹੈ ਸਾਡਾ ਬੰਦਾ, ਫੋਟੋ ਸਾਡੇ ਬੰਦੇ ਦੀ ਹੈ। ਫਿਰ ਉਹ ਪੁਲਿਸ 'ਚ ਇਨਕੁਆਰੀਆਂ ਹੋਈਆਂ ਸਾਡੀਆਂ, ਉੱਥੋਂ ਫਿਰ ਆਇਆ ਪ੍ਰੂਫ ਵੀ ਹਾਂ ਬਾਕੀ ਸਾਡੇ ਇਹ ਬੰਦੇ ਆ। ਫਿਰ ਇੱਥੋਂ ਸਾਨੂੰ ਇਹਨਾਂ ਨੇ ਛੱਡਿਆ। ਕਿੰਨੇ ਚਿਰ ਬਾਅਦ ਪਰਿਵਾਰ ਨੂੰ ਮਿਲੇ? ਮੈਂ ਤਾਂ ਵੈਸੇ 15 ਸਾਲਾਂ ਬਾਅਦ ਗਿਆ ਸੀ। 15 ਸਾਲ? ਹਾਂ ਕਿਉਂਕਿ ਮੇਰਾ ਕੇਸ ਥੋੜ੍ਹਾ ਜਿਹਾ ਖਰਾਬ ਹੋ ਗਿਆ ਸੀ, ਮੈਨੂੰ ਲੇਟ ਹੋ ਗਿਆ ਮੇਰਾ ਪੇਪਰ। ਫਿਰ ਪੱਕੇ ਹੋ ਗਏ, ਫਿਰ ਸਾਨੂੰ ਆਪਣੇ ਇਹ ਪਾਸਪੋਰਟ ਨਹੀਂ ਦਿੰਦੇ ਸੀ। ਐਮਬੈਸੀ ਵਾਲੇ ਕਹਿੰਦੇ ਤੁਸੀਂ ਗਲਤ ਤਰੀਕੇ ਨਾਲ ਪੱਕੇ ਆ। ਫਿਰ 2 ਸਾਲ ਉਹ ਸਿਟੀਜ਼ਨ ਨੂੰ ਲੰਘ ਗਏ ਨਹੀਂ, ਫਿਰ 15 ਸਾਲਾਂ ਬਾਅਦ ਗਏ। ਹੁਣ ਇੱਥੇ ਮਿਹਨਤਾਂ ਕੀਤੀਆਂ ਨੇ ਆਪਦਾ ਵਧੀਆ? ਉਹ ਕੁਛ ਆ ਜੀ, ਪਿੱਛੇ ਪੂਰਾ ਪਿੰਡ ਦਾ ਪਿੰਡ ਖੜਾ ਕਰਤਾ, ਸਾਰੇ ਰਿਸ਼ਤੇਦਾਰ ਹੋਰ ਸਾਰੇ ਭੈਣ ਭਰਾ ਪੂਰੇ ਸੈੱਟ ਹੋਇਆ ਸਾਰਾ ਕੁਝ। ਜੋ ਸਾਡੇ ਕੋਲੇ ਨੌਲੇਜ ਅਸੀਂ ਦਿੰਦੇ ਰਹੇ, ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਰਹੇ, ਉਹ ਆਪਦੇ ਪੈਰਾਂ 'ਤੇ ਖੜੇ ਹੋ ਗਏ। ਹਾਂ ਸੋ ਹੁਣ ਸਾਰਿਆਂ ਨੂੰ ਮਿਲ ਕੇ ਲੱਗਦਾ ਵੀ ਹਾਂ ਇੰਨੇ ਸਾਲ ਬੀਤ ਗਏ, ਇੰਨਾ ਚਿਰ ਲੰਘ ਗਿਆ ਵੀ ਉਹ ਵੀ ਦਿਨ। ਅਸੀਂ ਪਹਿਲਾਂ ਜਦੋਂ ਕੈਨੇਡਾ 'ਚ ਉਤਰੇ ਉਦੋਂ ਵੀ ਸਾਡਾ ਨਵਾਂ ਜਨਮ ਵੀ ਹੁਣ ਦੁਬਾਰਾ ਫੇਰ ਹੋ ਗਿਆ। ਅਸੀਂ ਸਾਰੇ ਭਾਈਆਂ ਨੂੰ ਮਿਲੇ, ਸਾਰਾ ਖੁਸ਼ੀਆਂ ਹੁੰਦੀਆਂ ਨੇ। ਦੇਖੋ ਦੁਬਾਰਾ ਰੂਹਾਂ ਦੇਖੀਆਂ ਹਨ। ਅਸੀਂ ਇੰਨੇ ਬਿਜੀ ਹੋ ਗਏ ਕਿ ਇੱਕ ਦੂਜੇ ਨੂੰ ਵੀ ਮਿਲ ਨਹੀਂ ਸਕਦੇ, ਇੰਨਾ ਆਪਦੇ ਆਪ 'ਚ ਬਿਜੀ ਸਾਰੇ। ਹਾਂ ਫਿਰ ਹੁਣ ਕੁਝ ਐਵੇਂ ਦਾ ਵੀ ਆਰਗੇਨਾਈਜ਼ ਕੀਤਾ ਹੈ ਕਿ ਤੁਸੀਂ ਸਰ, ਤੁਹਾਡਾ ਨਾਮ ਵੀ ਮੈਂ ਜ਼ਰੂਰ ਪੁੱਛਣਾ ਚਾਹੂੰਗੀ। ਮੇਰਾ ਜਸਵਿੰਦਰ ਸਿੰਘ ਜੀ। ਜਸਵਿੰਦਰ ਜੀ, ਸੋ ਇਸ ਜਹਾਜ਼ ਦੇ ਵਿੱਚ ਤੁਸੀਂ ਵੀ ਸਫ਼ਰ ਕੀਤਾ, ਆਪਣੇ ਕੋਈ ਕਿਸੇ ਤੁਸੀਂ ਵੀ ਸਾਂਝੇ ਕਰੋ, ਕਿਵੇਂ ਦਾ ਇਹ ਸਫ਼ਰ ਰਿਹਾ, ਕਿਹੜੀਆਂ ਮੁਸ਼ਕਲਾਂ ਤੁਹਾਨੂੰ ਫੇਸ ਹੋਈਆਂ, ਨਾਲ ਕੀ ਲੈ ਕੇ ਤੁਰੇ ਸੀ ਤੇ ਹੁਣ ਕੀ ਹੈਗਾ? ਤੇ ਹੁਣ ਤਾਂ ਬਸਰਾ ਕੁਛ ਹੈ ਵੈਸੇ, ਤੇ ਨਾਲ ਲੈ ਕੇ ਬਸ 2000 ਡਾਲਰ ਲੈ ਕੇ ਆਏ ਸੀਗੇ, ਤੇ ਹੋਰ ਤਾਂ ਕੁਛ ਨਹੀਂ ਲੈ ਕੇ ਆਏ। ਤੇ ਬੜੇ 2 ਕੱਪੜੇ ਸੀਗੇ ਬਸ। ਜਹਾਜ਼ ਦਾ ਸਫ਼ਰ ਕਿਹੋ ਜਿਹਾ ਰਿਹਾ? ਜਹਾਜ਼ ਦਾ ਸਫ਼ਰ ਸੀਗਾ ਤਾਂ ਬਹੁਤ ਮਾੜਾ। ਮੈਂ ਤਾਂ ਬਿਮਾਰੀ ਦੀਆਂ ਜ਼ਿਆਦਾ ਜਹਾਜ਼ ਦੇ ਵਿੱਚ ਮੈਨੂੰ ਉਲਟੀਆਂ ਕਾਫੀ ਆਉਂਦੀਆਂ ਸੀਗੀਆਂ, ਤੇ ਮੈਨੂੰ ਸਾਹ ਬਹੁਤ ਚੜ੍ਹ ਦਮੇ ਦੀ ਬਿਮਾਰੀ ਹੋ ਗਈ ਸੀ ਵਿੱਚ। ਹਾਂਜੀ, ਤੇ ਜਦੋਂ ਤਰਪਾਲ ਲਾਈ ਥੱਲੇ ਉਤਰੇ ਤੇ ਮੇਰੇ ਤਾਂ ਗਿੱਟੇ ਗੁੱਟੇ ਛਿੱਲੇ ਗਏ ਹੈ ਨਾ, ਤੇ ਗੋਡੇ ਵੀ ਯਾਨੀ ਕਿ ਪੱਥਰ ਵਿੱਚ ਵੱਜੇ ਹੈ ਨਾ। ਤੇ 2 ਕੱਪੜੇ ਉੱਤੇ ਤੋਂ ਉੱਪਰ ਨੂੰ ਚੱਕ ਕੇ ਨਾ ਉਹੀ ਰੱਖੇ ਸੀਗੇ ਬਸ 2, ਉਹ ਹੋਰ ਕੁਛ ਨਹੀਂ ਬਚਿਆ ਬਸ। ਲੈ ਕੇ ਕੀ ਆਏ ਸੀ ਨਾਲ ਵੈਸੇ ਉੱਥੋਂ, ਜੋ ਤੁਸੀਂ ਕਿਹਾ 2000 ਡਾਲਰ ਤੇ ਨਾਲ ਕੁਝ ਖਾਣ ਪੀਣ ਨੂੰ, ਕੋਈ ਰਸਤ ਪਾਣੀ? ਖਾਣ ਪੀਣ ਨੂੰ ਕੁਛ ਨਹੀਂ ਸੀਗਾ, ਬਸ ਪੈਸੇ ਰੱਖੇ, ਬੜੇ ਇੱਕ ਬਟੂਆ ਹੀ ਰੱਖਿਆ ਸੀਗਾ ਬਸ, ਹੋਰ ਕੁਛ ਨਹੀਂ ਰੱਖਿਆ ਸੀ। 2 ਕੱਪੜੇ ਤੇ ਬਸ, ਹੋਰ ਕੁਛ ਨਹੀਂ। ਸੋ ਪਹਿਲਾਂ ਪਤਾ ਸੀ ਵੀ ਜਹਾਜ਼ ਦਾ ਸਫ਼ਰ ਇਹ ਜਿਹਾ ਲੰਘਣਾ ਹੈ?
ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਇਦਾਂ ਦਾ ਜਹਾਜ਼ ਆ ਵੀ ਥੱਲਿਓਂ ਪਾਣੀ ਸਿਮਦਾ ਸੀਗਾ ਤੇ ਸਮੈਲ ਇਦਾਂ ਦੀ ਆਉਂਦੀ ਹੈ ਜੋ ਸੂਰਾਂ ਦੇ ਬੰਦਾ ਇੱਕ ਦਿਨ ਵੀ ਤਾਂ ਥੱਲੇ ਵੜ ਨਹੀਂ ਸਕਦਾ, ਰਹਿ ਨਹੀਂ ਸਕਦਾ ਥੱਲੇ ਨੂੰ ਨਾ, ਮੂੰਹ ਥੱਲੇ ਨੂੰ ਕਰ ਨਹੀਂ ਸਕਦਾ, ਇੰਨਾ ਗੰਦਾ ਸ਼ਿਪ ਸੀਗਾ ਜਿਹਦੇ ਵਿੱਚ ਅਸੀਂ ਬੈਠੇ ਰਹੇ। ਪਰ 4 ਦਿਨ ਤੋਂ ਪਹਿਲਾਂ ਉੱਦਾਂ ਵੇਟ ਕਰਦੇ ਰਹੇ, ਅੱਜ ਤੋੜ ਲਾ ਕੱਲ੍ਹ ਤੋੜ ਲਾ ਨਾ, ਉਹ ਤੋੜਦਾ ਨਹੀਂ ਸੀ ਕਿ ਬਈ ਬੰਦੇ ਬਾਹਰ ਨੂੰ ਜਾਣ ਨੂੰ ਤਿਆਰ ਹੋ ਗਿਆ ਸੀ ਵੀ ਇਹ ਤੋੜਦਾ ਹੀ ਨਹੀਂ, ਵੀ ਉਹ ਫਿਰ 1-2 ਦਿਨਾਂ 'ਚ ਉਹਨਾਂ ਨੇ ਤੋੜ ਲਿਆ। ਜਿਵੇਂ ਤੁਸੀਂ ਕਿਹਾ ਕਿ ਤੋਰ ਲਿਆ ਉੱਥੇ, ਉਸ ਤੋਂ ਬਾਅਦ ਇਹ ਰੱਬ ਦਾ ਸ਼ੁਕਰ ਕਰਦੇ ਸੀ ਵੀ ਹੁਣ ਕਦੋਂ ਜਾ ਕੇ ਲੱਗੂਗਾ ਵੀ ਬਸ ਹੁਣ ਤਾਂ ਕਿਨਾਰਾ ਮਿਲ ਜੇ ਕੋਈ ਨਾ ਕੋਈ, ਜਿੱਥੇ ਮਰਜ਼ੀ ਲਾ ਦੋ, ਹੁਣ ਕੈਨੇਡਾ ਕੋਈ ਜ਼ਰੂਰੀ ਨਹੀਂ। ਤੇ ਨਹੀਂ ਇੰਨਾ ਹੀ ਸੀਗਾ ਵੀ ਕੈਨੇਡਾ ਕਿਸ ਤਰ੍ਹਾਂ ਪਹੁੰਚ ਜਾਵੇ ਤੇ ਅਫਰੀਕਾ 'ਚ ਇੰਨਾ ਕਿਤੇ ਤਾਰ ਦੇਵੇ, ਤੇ ਇੰਨਾ ਪਤਾ ਨਹੀਂ ਸੀ ਕਿਸੇ ਨੂੰ ਵੀ ਕਿੱਧਰ ਨੂੰ ਜਾਂਦਾ ਤੇ ਕਿੱਧਰ ਨੂੰ ਨਹੀਂ ਜਾਂਦਾ, ਤੇ ਅਫਰੀਕਾ 'ਚ ਇੰਨਾ ਕਿਤੇ ਲਾ ਦੇਵੇ ਕਿਤੇ, ਬਸ ਇਹੋ ਹੀ ਡਰ ਸੀਗਾ ਵੀ ਇਹਨਾਂ ਧੱਕੇ ਖਾ ਕੇ ਵੀ ਆਏ ਆ ਤੇ ਗਲਤ ਜਗ੍ਹਾ ਲਾ ਦਿੱਤਾ ਤੇ ਫਿਰ ਔਖੇ ਹੋਵਾਂਗੇ। ਤੁਸੀਂ ਪਰਿਵਾਰ ਨੂੰ ਕਿੰਨੇ ਚਿਰ ਬਾਅਦ ਮਿਲੇ? ਹਾਂਜੀ, ਪਰਿਵਾਰ ਨੂੰ ਮੈਂ 37 ਸਾਲੀ ਮਿਲਿਆ ਸੀਗਾ। ਹਾਂਜੀ। ਸੋ 1987 ਦੇ ਵਿੱਚ ਜਿਹੜੀ ਸ਼ਿਪ ਆਈ ਸੀ, ਅੱਜ ਉਹ ਸ਼ਿਪ ਦੇ ਕੁਝ ਮੁਸਾਫਿਰ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਦੀਆਂ ਅੱਜ ਅਸੀਂ ਤੁਹਾਡੇ ਨਾਲ ਕਹਾਣੀਆਂ ਸ਼ੇਅਰ ਕੀਤੀਆਂ ਨੇ। ਸੋ ਕਾਫੀ ਇਹ ਕਹਾਣੀਆਂ ਰੌਂਗਟੇ ਖੜੇ ਕਰਨ ਵਾਲੀਆਂ ਰਹੀਆਂ ਨੇ ਤੇ ਤਜਰਬਾ ਜੋ ਇਹਨਾਂ ਨੇ ਕੀਤਾ ਇਹੀ ਦੱਸ ਸਕਦੇ ਨੇ। ਤੁਹਾਡੇ ਨਾਲ ਅਸੀਂ ਉਹ ਤਜਰਬੇ ਨੂੰ ਸਾਂਝਾ ਵੀ ਕੀਤਾ, ਪਰ ਇਹ ਤਾਂ ਕੁਝ ਕੁ ਕਹਾਣੀਆਂ ਸੀ, ਕੁਝ ਕੁ ਕਿੱਸੇ ਸੀ ਜੋ ਅਸੀਂ ਤੁਹਾਡੇ ਰੂਬਰੂ ਕੀਤੇ ਨੇ। ਕੈਨੇਡਾ ਦੀ ਧਰਤੀ ਦੇ ਉੱਤੇ ਸਾਡੇ ਲੋਕਾਂ ਨੇ ਆ ਕੇ ਬਹੁਤ ਮਿਹਨਤ ਕੀਤੀ ਹੈ ਤੇ ਆਪਣਾ ਨਾਮ ਰੌਸ਼ਨ ਕੀਤਾ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਭਾਈਚਾਰੇ ਦਾ ਜੋ ਨਾਮ ਹੈ, ਜੋ ਇਹਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਹੁਣ ਤੱਕ ਰੌਸ਼ਨ ਕੀਤਾ ਗਿਆ, ਉਸੇ ਤਰੀਕੇ ਨਾਲ ਅੱਗੇ ਵੀ ਕੀਤਾ ਜਾਵੇ। ਸਾਡੀਆਂ ਨਵੀਆਂ ਜਨਰੇਸ਼ਨਸ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਣਗੀਆਂ। ਸੋ ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਅੱਜ ਦਾ ਐਪੀਸੋਡ ਤੁਹਾਨੂੰ ਪਸੰਦ ਆਇਆ ਹੋਵੇਗਾ। ਕੈਮਰਾਮੈਨ ਰੀਤਿੰਦਰ ਗਰੇਵਾਲ ਦੇ ਨਾਲ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।